ਧੰਨ ਵਾਹਿਗੁਰੂ ਸਾਹਿਬ ਜੀਓ। ਜਹਾਂ ਆਪ ਰਚਿਓ ਪਰਪੰਚ ਆਕਾਰ, ਤਿਹ ਗੁਣ ਮਹਿ ਕੀਨੋ ਬਿਸਥਾਰ। ਜਹਾਂ ਆਪ ਰਚਿਓ ਪਰਪੰਚ ਆਕਾਰ, ਤਿਹ ਗੁਣ ਮਹਿ ਕੀਨੋ ਬਿਸਥਾਰ। ਪਾਪ ਪੁੰਨ ਤਹਾਂ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਛਾਵਤ। ਆਲ ਜਾਲ ਮਾਇਆ ਜੰਜਾਲ, ਹਉ ਮੈਂ ਮੋਹ ਭਰਮ ਪੈ ਭਾਰ। ਦੁਖ ਸੁਖ ਮਾਨ ਅਪਮਾਨ, ਅਨੇਕ ਪ੍ਰਕਾਰ ਕੀਓ ਬਖਿਆਣ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਉ ਨਾਨਕ ਏਕੈ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਉ ਨਾਨਕ ਏਕੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਬਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਨਿਤਾ ਪ੍ਰਤੀ ਦੇ ਤਰ੍ਹਾਂ ਅੰਮ੍ਰਿਤ ਵੇਲੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸਰਵਨ ਕਰ ਰਹੇ ਗੁਰੂ ਸਵਾਰਿਓ, ਆਪ ਸਾਰੇ ਅਤਿਅੰਤ ਵਡਭਾਗੇ ਹੋ ਜੋ ਸਤਿਗੁਰੂ ਦੀ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹੋ। ਆਓ ਸਾਧ ਸੰਗਤ ਇਸ ਸਮੇਂ ਦਾ ਹੋਰ ਲਾਹਾ ਲਈਏ, ਜਿੱਥੇ ਪਾਵਨ ਬਾਣੀ ਦਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਨ ਕੀਤਾ ਹੈ। ਪਾਵਨ ਬਾਣੀ ਸ਼੍ਰੀ ਸੁਖਮਣੀ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜਨ ਦਾ ਯਤਨ ਕਰੀਏ। 21 ਨੰਬਰ ਅਸ਼ਟਪਦੀ, ਜਿਸ ਦਾ 7ਵੇਂ ਪਦੇ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਸਾਧ ਸੰਗਤ ਇਸ ਪਾਵਨ ਬਾਣੀ ਦੇ ਭਾਵ ਅਰਥਾਂ ਨੂੰ ਸਮਝਣ ਤੋਂ ਪਹਿਲਾਂ ਸਾਰੀ ਸੰਗਤ ਕਰੋ ਕਿਰਪਾ ਰਸਨਾ ਪਵਿੱਤਰ ਕਰਦਿਆਂ ਹੋਇਆ ਸਾਰੇ ਹੀ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਸ਼੍ਰੀ ਸੁਖਮਨੀ ਸਾਹਿਬ ਜੀ ਦੀ 21 ਨੰਬਰ ਅਸ਼ਟਪਦੀ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਕਿਰਪਾ ਕਰ ਰਹੇ ਨੇ। ਅਕਾਲ ਪੁਰਖ ਪਰਮੇਸ਼ਰ ਜੀ ਦਾ ਸਰਗੁਣ ਅਤੇ ਨਿਰਗੁਣ ਰੂਪ ਜਿਹੜਾ ਹੈ ਉਹਦੀ ਬੜੀ ਸੋਹਣੀ ਵਿਆਖਿਆ ਕਰਕੇ ਸਤਿਗੁਰੂ ਸਾਨੂੰ ਸਮਝਾਉਂਦੇ ਨੇ। ਨਿਰਗੁਣ ਰੂਪ ਦੇ ਅੰਦਰ ਅਕਾਲ ਪੁਰਖ ਪਰਮੇਸ਼ਰ ਆਪ ਹੀ ਆਪ ਮੌਜੂਦ ਹੈ। ਉਥੇ
ਹੋਰ ਕੋਈ ਪਸਾਰਾ ਨਹੀਂ। ਸਾਹਿਬ ਕਹਿੰਦੇ ਨਾ ਹੀ ਉੱਥੇ ਕੋਈ ਪਾਪ ਹੈ, ਨਾ ਹੀ ਕੋਈ ਪੁੰਨ ਹੈ, ਨਾ ਹੀ ਕੋਈ ਦੁੱਖ ਹੈ, ਨਾ ਕੋਈ ਰੋਗ ਹੈ, ਨਾ ਹੀ ਉੱਥੇ ਮਾਇਆ ਦਾ ਕੋਈ ਜੰਜਾਲ ਹੈ। ਤੇ ਸਾਹਿਬ ਜੀ ਕਹਿੰਦੇ ਫਿਰ ਅਕਾਲ ਪੁਰਖ ਪਰਮੇਸ਼ਰ ਨੇ ਆਪਣੀ ਮੌਜ ਵਿੱਚ ਆ ਕੇ ਆਪਣਾ ਸਰਗੁਣ ਰੂਪ ਜਿਹੜਾ ਹੈ ਉਹ ਬਣਾਇਆ। ਸਰਗੁਣ ਰੂਪ ਤੋਂ ਭਾਵ ਇਹ ਜੋ ਸਾਰਾ ਦ੍ਰਿਸ਼ਟਮਾਨ ਸੰਸਾਰ ਜੋ ਅੱਖਾਂ ਦੇ ਨਾਲ ਆਪਾਂ ਦੇਖ ਰਹੇ ਹਾਂ, ਇਹ ਵਾਹਿਗੁਰੂ ਦਾ ਸਰਗੁਣ ਰੂਪ ਹੈ। ਤੇ ਆਪਾਂ ਰੋਜ਼ ਹੀ ਸੋਹਿਲਾ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਇਹ ਵਚਨ ਪੜ੍ਹਦੇ ਆ, ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇਤੇ ਵੇਸ। ਜਿਵੇਂ ਇੱਕ ਹੀ ਸੂਰਜ, ਉਹਦੇ ਤੋਂ ਕਈ ਰੁੱਤਾਂ ਬਦਲਦੀਆਂ ਨੇ, ਇਸੇ ਤਰ੍ਹਾਂ ਇੱਕ ਅਕਾਲ ਪੁਰਖ ਪਰਮੇਸ਼ਰ ਨੇ ਕਈ ਵੇਸ ਬਣਾਏ ਹੋਏ ਨੇ, ਕਈ ਭੇਸ ਬਣਾਏ ਹੋਏ ਨੇ, ਕਈ ਰੰਗ, ਕਈ ਰੂਪ। ਤੇ ਸੋਹਿਲਾ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਹੀ ਸਤਿਗੁਰੂ ਪਾਤਸ਼ਾਹ ਜੀ ਨਿਰਗੁਣ ਅਤੇ ਸਰਗੁਣ ਰੂਪ ਦੀ ਬੜੀ ਸੋਹਣੀ ਵਿਆਖਿਆ ਕਰਦੇ। ਮਹਾਰਾਜ ਕਹਿੰਦੇ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਿਸ ਮੂਰਤ ਨਨ ਏਕ ਤੋਹੇ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਨਿਰਗੁਣ ਰੂਪ ਕਰਕੇ ਅਕਾਲ ਪੁਰਖ ਪਰਮੇਸ਼ਰ ਦਾ ਕੋਈ ਚੱਕਰ ਚਿਹਨ ਨਹੀਂ, ਨਾ ਉਹਦਾ ਕੋਈ ਹੱਥ ਹੈ, ਨਾ ਅੱਖਾਂ ਨੇ, ਨਾ ਪੈਰ ਨੇ। ਤੇ ਜਦੋਂ ਸਰਗੁਣ ਰੂਪ ਦੀ ਗੱਲ ਕਰਦੇ ਮਹਾਰਾਜ ਕਹਿੰਦੇ ਸਾਰੇ ਹੱਥ ਉਹਦੇ ਹੱਥ ਨੇ, ਸਾਰੇ ਪੈਰ ਉਹਦੇ ਪੈਰ ਨੇ, ਸਾਰੇ ਨੇਤਰ ਉਹਦੇ ਹੀ ਨੇਤਰ ਹਨ, ਸਾਰੇ ਕੰਨ ਪਰਮੇਸ਼ਰ ਦੇ ਹਨ, ਸਾਰੇ ਨੱਕ ਜਿਹੜੇ ਲੱਗੇ ਜੀਵਾਂ ਦੇ ਇਹ ਵੀ ਕਹਿੰਦੇ ਪਰਮੇਸ਼ਰ ਦੇ। ਹੁਣ ਨਿਰਗੁਣ ਤੇ ਸਰਗੁਣ ਰੂਪ ਦੀ ਗੱਲ ਹੋਈ ਤੇ ਇਸ ਅਸ਼ਟਪਦੀ ਦੇ ਅੰਦਰ ਜਿਹੜੇ 6 ਪਦੇ ਹਨ, ਇਹਨਾਂ 6 ਪਦਿਆਂ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਪਰਮੇਸ਼ਰ ਦੇ ਨਿਰਗੁਣ ਰੂਪ ਦੀ ਗੱਲ ਕੀਤੀ ਹੈ। ਕਹਿੰਦੇ ਜਦੋਂ ਸੁੰਨ ਸਮਾਧੀ ਆਪ, ਕਹਿੰਦੇ ਆਪ ਹੀ ਆਪ ਸੁੰਨ ਸਮਾਧੀ ਵਿੱਚ ਲੀਨ ਸੀ ਨਿਰਗੁਣ ਰੂਪ ਦੇ ਅੰਦਰ। ਕਹਿੰਦੇ ਉੱਥੇ ਕਿਸੇ ਨੂੰ ਕੋਈ ਭਰਮ ਨਹੀਂ ਸੀ, ਨਾ ਹੀ ਕੋਈ ਪਾਪ ਤੇ ਪੁੰਨ ਦੀ ਗੱਲ ਹੁੰਦੀ ਸੀ, ਨਾ ਹੀ ਕਿਸੇ ਨਾਲ ਵੈਰ ਤੇ ਵਿਰੋਧ ਹੁੰਦਾ ਸੀ। ਹੁਣ ਜਿਹੜੇ ਇਸ ਅਸ਼ਟਪਦੀ ਦੇ 2 ਪਦੇ ਹਨ, 7 ਨੰਬਰ ਪਦਾ ਅਤੇ 8 ਨੰਬਰ ਪਦਾ, ਇਹਦੇ ਵਿੱਚ ਸਤਿਗੁਰੂ ਜੀ ਨੇ ਪਰਮੇਸ਼ਰ ਦੇ ਸਰਗੁਣ ਰੂਪ ਦੀ ਗੱਲ ਕੀਤੀ ਹੈ ਕਿ ਜਦੋਂ ਵਾਹਿਗੁਰੂ ਜੀ ਨੇ ਇਹ ਪਸਾਰਾ ਰਚਿਆ, ਉਸ ਤੋਂ ਬਾਅਦ ਕੀ ਕੀ ਚੀਜ਼ਾਂ ਜਿਹੜੀਆਂ ਨੇ ਉਹ ਹੋਂਦ ਵਿੱਚ ਆ ਗਈਆਂ। ਮਹਾਰਾਜ ਕਹਿੰਦੇ ਜਹਾਂ ਆਪ ਰਚਿਓ ਪਰਪੰਚ ਆਕਾਰ। ਪਰਪੰਚ ਆਕਾਰ ਦਾ ਮਤਲਬ ਹੈ ਸਾਰਾ ਦ੍ਰਿਸ਼ਟਮਾਨ ਸੰਸਾਰ। ਕਹਿੰਦੇ ਵਾਹਿਗੁਰੂ ਨੇ ਆਪ ਰਚਿਆ ਹੈ, ਆਪਣਾ ਸਰਗੁਣ ਰੂਪ ਤਿਆਰ ਕੀਤਾ। ਤੋ ਇਸ ਪਸਾਰੇ ਦੇ ਵਿੱਚ ਹਜੂਰ ਕਹਿੰਦੇ ਤਿਹ ਗੁਣ ਮੈਂ ਕੀਨੋ ਵਿਸਥਾਰ। ਤਿਹ ਗੁਣ, ਇਹ ਮਾਇਆ ਦੇ 3 ਗੁਣ ਮੰਨੇ ਗਏ ਨੇ, ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ। ਇਹਦੀ ਬਹੁਤ ਢੰਗ ਤਰੀਕਿਆਂ ਨਾਲ ਵਿਦਵਾਨਾਂ ਨੇ ਵਿਆਖਿਆ ਕੀਤੀ ਹੈ। ਮਾਇਆ ਦੇ 3 ਗੁਣ, ਇਹਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਕਿਹਾ ਗਿਆ। ਭਾਵ ਜੀਵਾਂ ਦਾ ਪੈਦਾ ਹੋਣਾ, ਰਿਜ਼ਕ ਅਤੇ ਜੀਵਾਂ ਦਾ ਲੈ ਹੋਣਾ। ਰਜੋ ਗੁਣ, ਤਮੋ ਗੁਣ, ਸਤੋ ਗੁਣੀ, ਇਹ ਮਾਇਆ ਦੇ 3 ਰੂਪ ਨੇ। ਹਰੇਕ ਜੀਵ ਦੇ ਉੱਪਰ ਇਹਦਾ ਪ੍ਰਭਾਵ ਜ਼ਰੂਰ ਹੈ।
ਕੋਈ ਜੀਵ ਰਜੋ ਗੁਣ ਵਿੱਚ ਹੈ, ਕੋਈ ਤਮੋ ਗੁਣੀ ਹੈ ਤੇ ਕੋਈ ਸਤੋ ਗੁਣੀ ਹੈ। ਰਜੋ ਗੁਣੀ ਜਿਹੜਾ ਮਾਇਆ ਦਾ ਪ੍ਰਭਾਵ ਹੈ, ਰਜ ਗੁਣ, ਉਹਦੇ ਅੰਦਰ ਕੀ ਹੁੰਦਾ ਹੈ? ਬੰਦੇ ਅੰਦਰ ਬਹੁਤ ਸਾਰੀਆਂ ਇੱਛਾਵਾਂ ਪੈਦਾ ਹੁੰਦੀਆਂ ਨੇ, ਬੰਦੇ ਅੰਦਰ ਫੁਰਨੇ ਪੈਦਾ ਹੁੰਦੇ ਨੇ, ਗ੍ਰਸਤ ਦੇ ਫੁਰਨੇ, ਵਾਸ਼ਨਾਵਾਂ, ਕਾਮਨਾਵਾਂ ਪੈਦਾ ਹੁੰਦੀਆਂ ਨੇ। ਇਹਨੂੰ ਰਜੋ ਗੁਣ ਕਿਹਾ ਗਿਆ। ਇਸੇ ਤਰ੍ਹਾਂ ਸਤੋ ਗੁਣੀ ਹੈ। ਸਤੋ ਗੁਣੀ ਮਨੁੱਖ ਜਿਹੜਾ ਹੈ ਉਹਦੇ ਵਿੱਚ ਸਤ, ਸੰਤੋਖ, ਦਇਆ, ਧਰਮ, ਧੀਰਜ ਇਹ ਗੁਣ ਹੁੰਦੇ ਨੇ। ਤੇ ਤਮੋ ਗੁਣੀ ਤਾਮਸੀ ਬਿਰਤੀ ਵਾਲਾ, ਉਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਸ਼, ਨਿੰਦਿਆ, ਚੁਗਲੀ ਇਹ ਤਮੋ ਗੁਣੀ ਬੰਦੇ ਦੇ ਲੱਛਣ ਨੇ। ਹੁਣ ਸਤਿਗੁਰੂ ਕਹਿੰਦੇ ਪਰਮੇਸ਼ਰ ਨੇ ਜਿੱਥੇ ਇਹ ਸਾਰਾ ਪਸਾਰਿਆ ਸੰਸਾਰ ਦਾ, ਉਥੇ ਮਾਇਆ ਵੀ ਪੈਦਾ ਕੀਤੀ ਤੇ ਮਾਇਆ ਦੇ ਇਹ ਤਿੰਨ ਗੁਣ ਜਿਹੜੇ ਨੇ ਉਹ ਸੰਸਾਰ ਦੇ ਵਿੱਚ ਤੇ ਬਹੁਤ ਸਾਰੀ ਸ੍ਰਿਸ਼ਟੀ ਜਿਹੜੀ ਹੈ, ਇਹ ਸਾਰੇ ਜੀਵ ਜਿਹੜੇ ਨੇ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਹੀ ਹਨ। ਇਹਨੂੰ ਜਨਮ ਦੇਣਾ, ਪਾਲਣਾ ਕਰਨੀ ਤੇ ਮਾਰਨਾ ਇਉਂ ਵੀ ਸਮਝਿਆ ਜਾ ਸਕਦਾ ਹੈ। ਤਿੰਨ ਗੁਣ ਇਹ ਵੀ ਨੇ। ਹੁਣ ਜਿਸ ਵੇਲੇ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਜਾਏਗਾ, ਉਸ ਵੇਲੇ ਫਿਰ ਕੀ ਹੋਵੇਗਾ? ਮਾਇਆ ਦੇ ਮੋਹ ਵਿੱਚ ਬੱਝਾ ਹੋਇਆ ਰਜੋ ਗੁਣ, ਤਮੋ ਗੁਣੀ, ਸਤੋ ਗੁਣੀ ਸੁਭਾਅ ਦਾ ਮਨੁੱਖ ਕਿਸੇ ਵਿੱਚ ਰਜੋ ਗੁਣ ਆ ਗਿਆ, ਉਹਦੀਆਂ ਇੱਛਾਵਾਂ, ਕਾਮਨਾਵਾਂ ਬਹੁਤ ਵੱਧ ਗਈਆਂ। ਉਹ ਫਿਰ ਕੀ ਕਰਦਾ? ਆਪਣੀਆਂ ਇੱਛਾ ਨੂੰ ਪੂਰੀਆਂ ਕਰਨ ਦੇ ਲਈ ਕਈ ਤਰ੍ਹਾਂ ਦੇ ਗਲਤ ਢੰਗ ਤਰੀਕੇ ਵਰਤਨੇ ਸ਼ੁਰੂ ਕਰ ਦਿੰਦਾ ਹੈ। ਆਪਾਂ ਕਹਿੰਨੇ ਫਲਾਣਾ ਬੰਦਾ ਆਪਣਾ ਢਿੱਡ ਭਰਨ ਲਈ ਦੂਜਿਆਂ ਦਾ ਹੱਕ ਮਾਰੀ ਜਾਂਦਾ। ਆਪਾਂ ਕਹਿੰਨੇ ਬੜਾ ਮਾੜਾ ਕਰਮ, ਇਸ ਨੂੰ ਪਾਪ ਆਖਿਆ ਗਿਆ। ਪਾਪ ਵੀ ਆਪ ਡੱਕਾ ਦੂਰਾ ਨਹੀਂ ਕਰਨਾ ਤੇ ਕਿਸੇ ਦੀ ਕੀਤੀ ਕਮਾਈ, ਕਿਸੇ ਦੀ ਕੀਤੀ ਮਿਹਨਤ ਨੂੰ ਆਪ ਹੜੱਪ ਕਰ ਲੈਣਾ, ਇਹਨੂੰ ਪਾਪ ਕਰਮ ਗਿਣਿਆ ਗਿਆ ਵੀ ਇਹ ਪਾਪ ਹੈ, ਇਹ ਕੰਮ ਠੀਕ ਨਹੀਂ ਹੈ। ਜਦੋਂ ਸਤੋ ਗੁਣੀ ਦੀ ਗੱਲ ਆਉਂਦੀ ਹੈ, ਸਤੋ ਗੁਣੀ ਮਨੁੱਖ ਸੰਤੋਖੀ ਜੀਵਨ ਵਾਲਾ, ਦਾਨੀ ਜੀਵਨ ਵਾਲਾ ਹੈ। ਉਹਦੇ ਜੀਵਨ ਵਿੱਚ ਭਾਵਨਾ ਹੁੰਦੀ ਹੈ ਵੀ ਮੇਰਾ ਤੇ ਗੁਜ਼ਾਰਾ ਚੱਲੀ ਜਾਂਦਾ ਹੈ, ਚਲੋ ਮੇਰੇ ਕੋਲ ਜੋ ਪਦਾਰਥ ਨੇ, ਜੋ ਸਾਧਨ ਨੇ, ਇਹਨਾਂ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਜਾਏ। ਤਾਂ ਸੰਤੋਖੀ ਉਹ ਮਨੁੱਖ ਦਾਨੀ ਬਿਰਤੀ ਵਾਲਾ ਬਣ ਜਾਂਦਾ ਹੈ। ਆਪਾਂ ਕਹਿੰਨੇ ਬੰਦਾ ਬਹੁਤ ਪੁੰਨ ਕਰ ਰਿਹਾ ਜੀ, ਵੇਖੋ ਇਹ ਬੇਸਹਾਰਿਆਂ ਦਾ ਸਹਾਰਾ ਬਣਿਆ ਹੋਇਆ ਹੈ, ਇਹ ਲੋੜਵੰਦਾਂ ਦੀ ਲੋੜ ਪੂਰੀ ਕਰਦਾ ਹੈ, ਭੁੱਖਿਆਂ ਨੂੰ ਪ੍ਰਸ਼ਾਦਾ ਦਿੰਦਾ ਹੈ, ਜਿਨ੍ਹਾਂ ਦੇ ਤਨ ਤੇ ਕੱਪੜਾ ਨਹੀਂ ਹੈ ਉਹਨਾਂ ਨੂੰ ਕੱਪੜੇ ਲੈ ਕੇ ਦਿੰਦਾ ਹੈ। ਇਹਨੂੰ ਕਿਹਾ ਗਿਆ ਬੜੇ ਪੁੰਨ ਦਾ ਕੰਮ ਹੈ। ਰਾਹ ਜਾਂਦੇ ਰਾਹੀਆਂ ਨੂੰ ਜਲ ਛਕਾਉਣਾ, ਹੋਰ ਵਿਵਸਥਾ ਕਰਨੀ ਜਿਹਦੇ ਨਾਲ ਸੰਸਾਰ ਦਾ, ਸਮਾਜ ਦਾ ਭਲਾ ਹੋਵੇ। ਹੁਣ ਮਾਇਆ ਦੇ ਇਹਨਾਂ ਤਿੰਨਾਂ ਗੁਣਾਂ ਦੇ ਵਿੱਚੋਂ ਸਤਿਗੁਰੂ ਕਹਿੰਦੇ ਪਾਪ ਪੁੰਨ ਤਹ ਭਈ ਕਹਾਵਤ। ਪਾਪ ਤੇ ਪੁੰਨ ਦੀ ਗੱਲ ਚੱਲ ਪਈ, ਪਰ ਇਹ ਸਾਰੀਆਂ ਗੱਲਾਂ ਕਦੋਂ ਚੱਲੀਆਂ? ਜਦੋਂ ਪਰਮੇਸ਼ਰ ਨੇ ਆਪਣਾ ਸਰਗੁਣ ਰੂਪ ਤਿਆਰ ਕੀਤਾ, ਇਸ ਸੰਸਾਰ ਦਾ ਪਸਾਰਿਆ। ਤੇ ਆਪਾਂ ਇਸ ਅਸ਼ਟਪਦੀ ਦੇ ਪਹਿਲੇ ਬੰਦ ਵਿੱਚ ਪੜ੍ਹ ਕੇ ਆਏ ਆ, ਜਬ ਆਕਾਰ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਾਂ ਤੇ ਹੋਤਾ। ਕਹਿੰਦੇ ਜਦੋਂ ਕੋਈ ਆਕਾਰ ਹੀ ਨਹੀਂ ਸੀ, ਕੋਈ ਸਰੀਰ ਨਹੀਂ ਸੀ, ਕੋਈ ਹੋਂਦ ਨਹੀਂ ਸੀ, ਕਹਿੰਦੇ ਉਦੋਂ ਪਾਪ ਤੇ ਪੁੰਨ ਦੀ ਗੱਲ ਵੀ ਕਿਤੇ ਨਹੀਂ ਸੀ। ਫਿਰ ਕਹਿੰਦੇ ਨੇ ਜਬ ਧਾਰੀ ਆਪਨ ਸੁਨ ਸਮਾਦ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਜਦੋਂ ਪਰਮੇਸ਼ਰ ਹੈ ਆਪ ਹੀ ਆਪ, ਤੇ ਕੋਈ ਵੈਰ ਵਿਰੋਧ ਕਿਵੇਂ ਕਰੇਗਾ? ਵੈਰ ਵਿਰੋਧ ਤੇ ਤਾਂ ਹੀ ਹੋਵੇਗਾ ਜਦੋਂ ਕੋਈ ਦੂਜਾ ਹੋਵੇਗਾ। ਤੇ ਮਹਾਰਾਜ ਕਹਿੰਦੇ ਹੁਣ ਪਰਮੇਸ਼ਰ ਨੇ ਆਪਣਾ ਸਰਗੁਣ ਰੂਪ ਤਿਆਰ ਕੀਤਾ, ਦ੍ਰਿਸ਼ਟਮਾਨ ਪਸਾਰਿਆ। ਇਹਦੇ ਅੰਦਰ ਪਾਪ ਤੇ ਪੁੰਨ ਦੀਆਂ ਗੱਲਾਂ ਚੱਲੀਆਂ। ਫਿਰ ਕਹਿੰਦੇ ਨੇ ਕੋ ਨਰਕ ਕੋ ਸੁਰਗ ਬੰਛਾਵਤ। ਕਹਿੰਦੇ ਇੱਥੇ ਜਿੱਥੇ ਪਾਪ ਤੇ ਪੁੰਨ ਦੀ ਗੱਲ ਚੱਲੀ,
ਨਾਲ ਨਰਕ ਤੇ ਸੁਰਗ ਦੀ ਗੱਲ ਚੱਲ ਪਈ। ਜਿਹੜਾ ਬੰਦਾ ਬਹੁਤ ਨੇਕ ਕੰਮ ਕਰਦਾ ਹੈ, ਜਿਹਦੇ ਅੰਦਰ ਸਤੋ ਗੁਣੀ ਸੁਭਾਅ ਆ ਗਿਆ, ਸੰਤੋਖੀ ਜੀਵਨ ਵਾਲਾ ਦਾਨੀ ਹੈ, ਲੋਕ ਉਹਦੇ ਬਾਰੇ ਕਹਿਣਾ ਸ਼ੁਰੂ ਕਰ ਦਿੰਦੇ ਨੇ ਬਹੁਤ ਭਲਾ ਪੁਰਸ਼ ਹੈ। ਇਸ ਬੰਦੇ ਦੇ ਕਰਕੇ ਇਸ ਧਰਤੀ ਤੇ ਵੀ ਸਵਰਗ ਬਣਿਆ ਹੋਇਆ ਤੇ ਬੰਦਾ ਜ਼ਰੂਰ ਸਵਰਗਾਂ ਦੇ ਵਿੱਚ ਵਾਸਾ ਦਾ ਹੋਵੇਗਾ। ਤੇ ਜਿਹੜਾ ਬੰਦਾ ਤਮੋ ਗੁਣੀ ਪ੍ਰਭਾਵ ਦੇ ਅਧੀਨ ਹੈ, ਤਾਮਸੀ ਬਿਰਤੀ ਵਾਲਾ ਹੈ, ਕਾਮੀ ਹੈ, ਕ੍ਰੋਧੀ, ਲੋਭ ਮੋਹ ਵਿੱਚ ਫਸਿਆ ਹੰਕਾਰੀ ਹੈ, ਈਰਖਾ ਦਵੈਸ਼ ਕਰਦਾ ਹੈ, ਲੋਕ ਕਹਿਣਾ ਸ਼ੁਰੂ ਕਰ ਦਿੰਦੇ ਇਸ ਬੰਦੇ ਨੇ ਜ਼ਿੰਦਗੀ ਜਿਹੜੀ ਸਾਡੀ ਨਰਕ ਬਣਾ ਕੇ ਰੱਖ ਦਿੱਤੀ ਹੈ। ਹਰ ਵੇਲੇ ਈਰਖਾ ਦਵੈਸ਼ ਤੇ ਸਾਧ ਸੰਗਤ ਨਰਕ ਤੇ ਸਵਰਗ ਜਿਹੜਾ ਹੈ ਉਹਨੂੰ ਜੇ ਸਮਝੀਏ ਤੇ ਬੜੀਆਂ ਸੌਖੀਆਂ ਉਦਾਹਰਨਾਂ ਬਾਣੀ ਨੇ ਦਿੱਤੀਆਂ ਨੇ। ਕਹਿੰਦੇ ਜਿੱਥੇ ਕਿਸੇ ਨੂੰ ਵਾਹਿਗੁਰੂ ਪਰਮੇਸ਼ਰ ਚੇਤੇ ਨਹੀਂ ਹੈ, ਸਾਰੇ ਮਨੁੱਖ ਈਰਖਾ ਦਵੈਸ਼ ਵਿੱਚ ਸੜੇ ਪਏ ਨੇ, ਤ੍ਰਿਸ਼ਨਾ ਦੇ ਮਾਰੇ ਹੋਏ ਨੇ, ਕਹਿੰਦੇ ਆਪਸ ਵਿੱਚ ਬਣਦੀ ਨਹੀਂ, ਇਸ ਤੋਂ ਵੱਡਾ ਨਰਕ ਹੋਰ ਕੋਈ ਨਹੀਂ। ਤੇ ਸਵਰਗ ਦੀ ਗੱਲ ਕੀਤੀ, ਸਵੈ ਵਰਗ, ਜਿੱਥੇ ਸਾਰੇ ਹਮ ਖਿਆਲੀ ਹੋਣ, ਇੱਕੋ ਜਿਹੇ ਸਾਰਿਆਂ ਦੇ ਖਿਆਲਾਤ ਮਿਲਦੇ ਨੇ। ਇੱਕ ਮਨੁੱਖ ਸੰਤੋਖੀ ਜੀਵਨ ਵਾਲਾ, ਸਬਰ ਕਰਨ ਵਾਲਾ, ਭਾਣੇ ਵਿੱਚ ਰਹਿਣ ਵਾਲਾ ਏ ਤੇ ਉਹਦਾ ਪਰਿਵਾਰ ਵੀ ਜੇ ਉਹਦੇ ਨਾਲ ਮਿਲਦੇ ਖਿਆਲਾਂ ਵਾਲਾ ਏ, ਉੱਥੇ ਸਵਰਗ ਬਣਿਆ ਹੋਇਆ। ਤੇ ਜਿੱਥੇ ਖਿਆਲਾਤ ਨਹੀਂ ਮਿਲਦੇ ਇੱਕ ਦੂਜੇ ਦੇ ਨਾਲ, ਆਪਸ ਵਿੱਚ ਈਰਖਾ ਵੈਰ ਵਿਰੋਧ ਹੈ, ਰੋਜ਼ ਲੜਾਈ ਝਗੜੇ ਤੇ ਕਲੇਸ਼ ਹੁੰਦਾ ਏ, ਉਸ ਤੋਂ ਵੱਡਾ ਨਰਕ ਹੋਰ ਕੋਈ ਨਹੀਂ। ਤੇ ਹਜੂਰ ਕਹਿੰਦੇ ਨੇ ਜਦੋਂ ਪਸਾਰਾ ਵਾਹਿਗੁਰੂ ਨੇ ਪਸਾਰਿਆ, ਫਿਰ ਪਾਪ ਤੇ ਪੁੰਨ ਦੀ ਗੱਲ ਵੀ ਚੱਲੀ, ਇੱਥੇ ਨਰਕ ਤੇ ਸੁਰਗ ਦੀਆਂ ਗੱਲਾਂ ਵੀ ਚੱਲ ਪਈਆਂ। ਮਹਾਰਾਜ ਕਹਿੰਦੇ ਆਲ ਜਾਲ ਮਾਇਆ ਜੰਜਾਲ। ਤੇ ਫਿਰ ਕੀ ਹੋਇਆ? ਕਹਿੰਦੇ ਲੋਕ ਪਰਿਵਾਰਾਂ ਦੇ ਮੋਹ ਵਿੱਚ ਪੈ ਗਏ, ਮਾਇਆ ਦੇ ਜੰਜਾਲ ਵਿੱਚ ਫਸ ਗਏ। ਅਸੀਂ ਸਾਰੇ ਮੋਹ ਵਿੱਚ ਵੱਜੇ ਹੋਏ ਆ। ਮੋਹ ਵਿੱਚ ਬੰਦਾ ਬੜੀ ਜਲਦੀ ਉੱਠਦਾ, ਅੰਮ੍ਰਿਤ ਵੇਲੇ ਤਿਆਰ ਬਰ ਤਿਆਰ ਹੋ ਕੇ ਪ੍ਰਸ਼ਾਦਾ ਪਾਣੀ ਨਾਲ ਲੈ ਕੇ ਕੰਮ ਤੇ ਚਲਿਆ ਜਾਂਦਾ ਹੈ। 18 ਘੰਟੇ ਲੋਕ ਕੰਮ ਕਰਦੇ, ਤੇ ਜੇ ਪੁੱਛੀਏ ਵੀ ਤੂੰ ਇੰਨਾ ਕਿਉਂ ਮਿਹਨਤ ਕਰਦਾ ਹੈ, ਉਹ ਕਹੇਗਾ ਜੀ ਬੱਚਿਆਂ ਖਾਤਰ, ਪਰਿਵਾਰ ਦੇ ਲਈ, ਤਾਂ ਕਿ ਮੇਰਾ ਪਰਿਵਾਰ ਆਉਣ ਵਾਲੇ ਟਾਈਮ ਦੇ ਵਿੱਚ ਸੌਖਾ ਹੋ ਜਾਏ, ਮੇਰੇ ਬੱਚੇ ਸੁੱਖ ਦੇ ਵਿੱਚ ਰਹਿਣ। ਹੁਣ ਇਹ ਮੋਹ ਵਿੱਚ ਵੱਜਾ ਹੋਇਆ, ਇਸ ਕਰਕੇ ਸਾਰੀ ਭੱਜ ਦੌੜ ਕਰਦਾ, ਦਿਨ ਪਰ ਰਾਤ ਇੱਕ ਕਰ ਦਿੰਦਾ ਹੈ। ਤੇ ਕਈ ਵਾਰ ਆਪਾਂ ਵੀ ਵੇਖਦੇ ਆ ਬਜ਼ੁਰਗ ਇਸ ਗੱਲ ਦਾ ਗਿਲਾ ਵੀ ਕਰਦੇ ਨੇ ਬੱਚਿਆਂ ਦੇ ਨਾਲ ਕਿ ਤੁਹਾਡੀ ਖਾਤਰ ਅਸੀਂ ਕਦੇ ਤਨ ਤੇ ਚੰਗਾ ਕੱਪੜਾ ਨਹੀਂ ਪਾਇਆ, ਤੁਹਾਡੀ ਖਾਤਰ ਅਸੀਂ ਚੰਗਾ ਖਾ ਕੇ ਨਹੀਂ ਵੇਖਿਆ, ਪਹਿਨ ਕੇ ਨਹੀਂ ਵੇਖਿਆ, ਦਿਨ ਪਰ ਰਾਤ ਇੱਕ ਕਰ ਦਿੱਤਾ, ਕੰਮ ਕਰਦਿਆਂ, ਮਿਹਨਤ ਮਸ਼ੱਕਤ ਕਰਦਿਆਂ। ਤੇ ਜੇ ਔਲਾਦ ਜਿਹੜੀ ਹੈ ਕਹਿਣੇ ਵਿੱਚ ਨਾ ਹੋਵੇ, ਗੱਲ ਨਾ ਸੁਣੇ ਮਾਂ ਪਿਓ ਦੀ, ਮਾਂ ਪਿਓ ਗਿਲਾ ਵੀ ਕਰਦੇ ਵੀ ਤੁਹਾਡੀ ਖਾਤਰ ਸਾਰਾ ਕੁਝ ਕੀਤਾ। ਹੁਣ ਇਹ ਮੋਹ ਵਿੱਚ ਵੱਜਾ ਹੋਇਆ। ਤੇ ਮਹਾਰਾਜ ਕਹਿੰਦੇ ਜਦੋਂ ਅਕਾਲ ਪੁਰਖ ਪਰਮੇਸ਼ਰ ਆਪ ਹੀ ਆਪ ਮੌਜੂਦ ਸੀ ਨਿਰਗੁਣ ਰੂਪ ਦੇ ਵਿੱਚ, ਉਦੋਂ ਇਹ ਮੋਹ ਦਾ ਪਸਾਰਾ ਨਹੀਂ ਸੀ, ਕਿਸੇ ਪ੍ਰਕਾਰ ਦਾ ਕੋਈ ਜੰਜਾਲ ਨਹੀਂ ਸੀ। ਪਰ ਜਿਉਂ ਹੀ ਵਾਹਿਗੁਰੂ ਨੇ ਇਹ ਪਸਾਰਾ ਰਚਿਆ, ਜੀਵ ਮਾਇਆ ਦੇ ਮੋਹ ਵਿੱਚ ਪੈ ਗਏ। ਘਰਾਂ ਦਾ, ਪਰਿਵਾਰਾਂ ਦਾ ਮੋਹ, ਇਸ ਮਾਇਆ ਦੇ ਜੰਜਾਲ ਵਿੱਚ ਫਸ ਗਏ। ਤੇ ਕਈ ਵੇਰਾਂ ਇਸ ਮਾਇਆ ਦੇ ਜੰਜਾਲ ਵਿੱਚ ਬੰਦਾ ਇੰਨਾ ਫਸ ਜਾਂਦਾ ਏ ਕਿ ਆਪਣੀ ਜ਼ਿੰਦਗੀ ਦਾ ਮਕਸਦ ਹੀ ਭੁੱਲ ਜਾਂਦਾ ਹੈ ਕਿ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ। ਇਹੋ ਜਿਹਾ ਜੰਜਾਲ ਵਿੱਚ ਬੰਦਾ ਫਸਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ ਨੇ। ਜਿਹੜੇ ਮਨੁੱਖ ਮਾਇਆ ਦੇ ਜੰਜਾਲ ਵਿੱਚ ਪੈ ਕੇ ਜ਼ਿੰਦਗੀ ਦਾ ਮਕਸਦ ਵਿਸਾਰ ਬਹਿੰਦੇ ਨੇ, ਭੁੱਲ ਜਾਂਦੇ, ਉਹਨਾਂ ਦੀ ਗੱਲ ਕੀਤੀ ਭਾਈ ਗੁਰਦਾਸ ਜੀ ਨੇ। ਭਾਈ ਸਾਹਿਬ ਕਹਿੰਦੇ ਨੇ ਮਨੁੱਖ ਦੀ ਹਾਲਤ ਮਾਇਆ ਦੇ ਮੋਹ ਵਿੱਚ ਜੰਜਾਲ ਵਿੱਚ ਪੈ ਕੇ ਤੇਲੀ ਦੇ ਬਲਦ ਵਾਲੀ ਬਣੀ ਹੋਈ ਹੈ।
जैसे बैल तेली को जानत कई कोस चलियो, नैन उगरत वही ठाऊं ही ठिकानो है। कहंदे तेली जिहड़ा है ਉਹ ਬਲਦਾਂ ਨੂੰ ਕੋਹਲੂ ਉੱਪਰ ਜੋੜਦਾ ਹੈ, ਤੇਲ ਕੱਢਣ ਦੇ ਲਈ ਕੋਹਲੂ ਚਲਾਉਂਦਾ ਹੈ, ਤੇ ਉਹ ਕੀ ਕਰਦਾ, ਬਲਦਾਂ ਦੀਆਂ ਅੱਖਾਂ ਦੇ ਉੱਪਰ ਪੱਟੀ ਬੰਨ੍ਹ ਦਿੰਦਾ ਹੈ। ਹੁਣ ਬਲਦਾਂ ਦੀ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਤੇ ਬਲਦਾਂ ਨੂੰ ਇੱਕ ਵਾਰੀ ਉਹਨੇ ਤੋੜ ਦਿੱਤਾ। ਬਲਦਾਂ ਦੀ ਅੱਖਾਂ ਤੇ ਪੱਟੀ ਬੰਨੀ ਹੋਈ ਹੈ, ਉਹਨਾਂ ਨੂੰ ਜਾਪਦਾ ਕਿ ਸਾਡਾ ਮਾਲਕ ਸਾਡੇ ਪਿੱਛੇ ਪਿੱਛੇ ਤੁਰਿਆ ਆ ਰਿਹਾ ਹੈ। ਮਾਲਕ ਤੇ ਹੋਰ ਕੰਮਾਂ ਕਾਰਾਂ ਵਿੱਚ ਲੱਗਾ ਹੋਇਆ। ਬਲਦ ਵਿਚਾਰੇ ਅੱਖਾਂ ਤੇ ਪੱਟੀ ਬੰਨੀ ਹੋਣ ਕਰਕੇ ਤੁਰ ਪੈਂਦੇ ਤੇ ਤੁਰੀ ਜਾਂਦੇ ਸਾਰੀ ਦਿਹਾੜੀ। ਹੁਣ ਉਹ ਪੈਂਡਾ ਤੇ ਬੜਾ ਤੈਅ ਕਰ ਦਿੰਦੇ, ਤੁਰਦਿਆਂ ਤੁਰਦਿਆਂ ਥੱਕ ਗਏ, ਸ਼ਾਮ ਹੋ ਗਈ ਹੈ ਤੇ ਬਲਦ ਮਨ ਵਿੱਚ ਸੋਚਦੇ ਵੀ ਅੱਜ ਅਸੀਂ ਬਹੁਤ ਦੂਰ ਆ ਗਏ ਹੋਵਾਂਗੇ, ਸਵੇਰ ਦੇ ਚੱਲੇ ਆ, ਬੜੀ ਦੂਰ ਆ ਗਏ ਹੋਵਾਂਗੇ, ਖਹਿੜਾ ਛੁੱਟੇਗਾ ਸਾਡਾ ਉਸ ਮਾਲਕ ਤੋਂ ਜਿਹੜਾ ਰੋਜ਼ ਸਾਨੂੰ ਬਹੁਤ ਜ਼ਿਆਦਾ ਹਾਰਡ ਵਰਕ, ਸਖਤ ਕੰਮ ਕਰਾਉਂਦਾ, ਮਿਹਨਤ। ਪਰ ਸਾਧ ਸੰਗਤ ਜਦੋਂ ਸ਼ਾਮ ਨੂੰ ਅੱਖਾਂ ਤੋਂ ਪੱਟੀ ਖੋਲੀ ਤੇ ਜਿਸ ਥਾਂ ਤੋਂ ਤੁਰੇ ਸੀ ਉੱਥੇ ਹੀ ਖੜੇ ਹੋਏ ਨੇ, ਉੱਥੇ ਹੀ। ਫਿਰ ਦੂਜੀ ਉਦਾਹਰਨ ਦਿੱਤੀ ਭਾਈ ਸਾਹਿਬ ਜੀ ਨੇ, ਕਹਿੰਦੇ ਜੈਸੇ ਜੇਵਰੀ ਬਾਟਤ ਆਂਦਰੋ ਅਚਿੰਤ ਚਿੰਤ ਖਾਤ ਜਾਤ ਬਸ਼ਰੋ ਟਟੋਰੇ ਪਛਤਾਨੋ ਹੈ। ਅੰਨੇ ਮਨੁੱਖ ਵੀ ਕਈ ਕੰਮ ਕਰ ਲੈਂਦੇ ਨੇ, ਵਾਣ ਵੀ ਵੱਟ ਲੈਂਦੇ ਨੇ। ਕਹਿੰਦੇ ਇੱਕ ਅੰਨਾ ਮਨੁੱਖ ਵਾਣ ਵੱਟ ਰਿਹਾ ਹੈ ਤੇ ਵਾਣ ਵੱਟੀ ਜਾਂਦਾ ਹੈ ਤੇ ਕੋਲ ਉਹਦੇ ਗਾਂ ਦਾ ਵੱਛਾ ਬੰਨਿਆ ਹੋਇਆ ਹੈ। ਕਹਿੰਦੇ ਜਿੰਨਾ ਕੋ ਵਾਣ ਵੱਟਦਾ ਵੱਛਾ ਨਾਲੇ ਨਾਲ ਖਾਧੀ ਜਾਂਦਾ ਹੈ। ਅੰਨਾ ਮਨੁੱਖ ਕਾਫੀ ਸਮਾਂ ਵਾਣ ਵੱਟਦਾ ਰਿਹਾ ਤੇ ਮਨ ਵਿੱਚ ਇਹ ਖਿਆਲ ਕਿ ਹੁਣ ਤੇ ਬਹੁਤ ਜ਼ਿਆਦਾ ਵਾਣ ਵੱਟ ਦਿੱਤਾ ਹੋਵੇਗਾ। ਜਦੋਂ ਆਪਣੇ ਆਸੇ-ਪਾਸੇ ਹੱਥਾਂ ਨਾਲ ਟੋਹ ਕੇ ਵੇਖਿਆ ਤੇ ਪਛਤਾਵਾ ਪੱਲੇ ਪਿਆ ਵੀ ਮੈਂ ਤੇ ਜਿੰਨਾ ਵਾਣ ਵਟਿਆ ਸੀ, ਜਿੰਨੀ ਮਿਹਨਤ ਕੀਤੀ ਸੀ, ਉਹ ਸਾਰੀ ਵਿਅਰਥ ਚਲੀ ਗਈ, ਉਹ ਸਾਰਾ ਵਾਣ ਵੱਛਾ ਖਾ ਗਿਆ, ਮੇਰੇ ਤੇ ਪੱਲੇ ਕੁਝ ਵੀ ਨਹੀਂ ਪਿਆ। ਇਸੇ ਪ੍ਰਕਾਰ ਤੀਸਰੀ ਉਦਾਹਰਨ ਦਿੱਤੀ, ਜੈਸੇ ਮਿਰਗ ਤ੍ਰਿਸ਼ਨਾ ਲਉ ਧਾਵੇ, ਮਿਰਗ ਤ੍ਰਿਖਾਵੰਤ ਆਵਤ ਨਾ ਸ਼ਾਂਤ ਭ੍ਰਮ ਭ੍ਰਮਤ ਹੈਰਾਨੋ ਹੈ। ਭਾਈ ਸਾਹਿਬ ਕਹਿੰਦੇ ਹਿਰਨ ਨੂੰ ਪਿਆਸ ਲੱਗੀ ਤੇ ਆਸੇ-ਪਾਸੇ ਨਜ਼ਰ ਮਾਰਦਾ ਹੈ, ਹੁਣ ਪਾਣੀ ਤੇ ਕਿਤੇ ਹੈ ਨਹੀਂ, ਪਰ ਜਿਹੜੀ ਰੇਤ ਸੀ ਨਾ, ਧੁੱਪ ਦੇ ਕਰਕੇ ਚਮਕਦੀ ਹੈ ਤੇ ਚਮਕਦੀ ਰੇਤ ਦੂਰੋਂ ਪਾਣੀ ਪ੍ਰਤੀਤ ਹੁੰਦੀ ਹੈ। ਕਹਿੰਦੇ ਹਿਰਨ ਨੂੰ ਜਾਪਦਾ ਕਿ ਆਹ ਸਾਹਮਣੇ ਪਾਣੀ ਹੈ ਤੇ ਮੈਂ ਭੱਜ ਕੇ ਜਾਵਾਂ ਪਾਣੀ ਕੋਲ, ਪੀ ਕੇ ਪਿਆਸ ਬੁਝਾਵਾਂ। ਕਹਿੰਦੇ ਬੜੀ ਸਪੀਡ ਦੇ ਨਾਲ ਦੌੜਦਾ ਤੇ ਜਿਉਂ-ਜਿਉਂ ਅੱਗੇ-ਅੱਗੇ ਦੌੜਦਾ ਜਾਂਦਾ ਹੈ, ਉਹ ਜਿਹੜਾ ਪਾਣੀ ਦਾ ਭੁਲੇਖਾ ਜਿਹਾ ਪੈਂਦਾ ਸੀ ਨਾ, ਉਹ ਹੋਰ ਅੱਗੇ-ਅੱਗੇ ਜਾਈ ਜਾਂਦਾ ਹੈ। ਤੁਸੀਂ ਵੀ ਕਦੇ ਰੋਡ ਤੇ ਜਾਂਦਿਆਂ ਵੇਖਿਆ ਹੋਵੇਗਾ, ਕਈ ਵਾਰ ਸਾਹਮਣੇ ਰੋਡ ਤੇ ਇਉਂ ਪ੍ਰਤੀਤ ਹੁੰਦਾ ਜਿਵੇਂ ਪਾਣੀ ਹੋਵੇ, ਪਰ ਹੁੰਦਾ ਨਹੀਂ, ਕੇਵਲ ਭੁਲੇਖਾ। ਕਹਿੰਦੇ ਹਿਰਨ ਦੌੜਦਾ ਰਿਹਾ ਤੇ ਜਿਹੜਾ ਪਾਣੀ ਦਾ ਭੁਲੇਖਾ ਪੈਂਦਾ ਸੀ ਉਹ ਹੋਰ ਅੱਗੇ ਚਲਿਆ ਜਾਂਦਾ, ਹੋਰ ਅੱਗੇ। ਕਹਿੰਦੇ ਦੌੜਦਿਆਂ ਦੌੜਦਿਆਂ ਹਿਰਨ ਦਾ ਅੰਤ ਹੋ ਗਿਆ, ਪਰ ਉਹ ਪਾਣੀ ਤੱਕ ਪਹੁੰਚ ਨਹੀਂ ਸਕਿਆ। ਆਵਤ ਨਾ ਸ਼ਾਂਤ ਭ੍ਰਮ ਭ੍ਰਮਤ ਹੈਰਾਨੋ ਹੈ। ਤੇ ਭਾਈ ਸਾਹਿਬ ਕਹਿੰਦੇ ਤੈਸੇ ਸੁਪਨੰਤਰ ਦੇਸੰਤਰ ਬਿਹਾਈ ਗਈ, ਪਹੁੰਚ ਨਾ ਸਕਿਓ ਜਹਾਂ ਮੋਹ ਜਾਨੋ ਹੈ। ਕਹਿੰਦੇ ਇਸੇ ਤਰ੍ਹਾਂ ਮਾਇਆ ਦੇ ਮੋਹ ਵਿੱਚ ਫਸਿਆ ਬੰਦਾ ਰਜੋ ਗੁਣ ਦੇ ਪ੍ਰਭਾਵ ਦੇ ਥੱਲੇ ਬੜੀਆਂ ਵਾਸ਼ਨਾਵਾਂ, ਕਾਮਨਾਵਾਂ, ਫੁਰਨੇ ਮਨ ਵਿੱਚ ਸਿਰਜਦਾ ਹੈ ਕਿ ਮੈਂ ਆਹ ਕਰਾਂਗਾ, ਆਹ ਕਰਾਂਗਾ। ਕਹਿੰਦਾ ਮੇਰੀ ਜ਼ਿੰਦਗੀ ਦਾ ਆਹ ਟਾਰਗੇਟ ਹੈ, ਆਹ ਹੈ, ਆਹ ਹੈ, ਪਰ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਉਹ ਟਾਰਗੇਟ ਜਿਹੜੇ ਮਿੱਥੇ ਸੀ ਇਹਦੇ ਕੋਲੋਂ ਅਚੀਵ ਨਹੀਂ ਹੋ ਸਕੇ, ਪ੍ਰਾਪਤੀ ਕੁਝ ਵੀ ਨਹੀਂ ਹੋਈ। ਆਖਰਕਾਰ ਬਿਲਕੁਲ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਮਨੁੱਖ ਦੁਨੀਆ ਤੋਂ ਚਲਿਆ ਜਾਂਦਾ ਹੈ। ਸੋਚਾਂ ਸੋਚਦਿਆਂ ਹੀ, ਫੁਰਨੇ ਬਣਾਉਂਦਿਆਂ ਹੀ, ਆਸਾਂ ਦੇ ਵਿੱਚ ਰਹਿੰਦਿਆਂ ਸਾਰੀ ਜ਼ਿੰਦਗੀ ਲੰਘ ਗਈ। ਮਾਇਆ ਦੇ ਜੰਜਾਲ ਇਹੋ ਜਿਹੇ ਨੇ, ਪਹਿਲਾਂ ਕਹਿੰਦਾ ਸੀ ਮੈਂ ਆਪ ਸੈੱਟ ਹੋ ਜਾਵਾਂ, ਘਰ-ਬਾਰ ਬਣ ਜਾਏ, ਫਿਰ ਕਹਿੰਦਾ ਹੁਣ ਵਿਆਹ ਹੋ ਜਾਏ, ਫਿਰ ਕਹਿੰਦਾ ਬੱਚੇ ਹੋ ਗਏ ਨੇ ਇਹਨਾਂ ਨੂੰ ਸੈੱਟ ਕਰਦੇ ਆਂ, ਬੱਚੇ ਵੀ ਸੈੱਟ ਹੋ ਗਏ,
ਬੱਚਿਆਂ ਦੇ ਵੀ ਘਰ-ਬਾਰ ਬਣ ਗਏ, ਫਿਰ ਪੋਤਰੇ ਹੋ ਗਏ, ਕਹਿੰਦਾ ਹੁਣ ਇਹ ਵੀ ਸੈੱਟ ਹੋ ਜਾਣ। ਇਸੇ ਤਰ੍ਹਾਂ ਸੈੱਟ ਕਰਦਿਆਂ ਕਰਦਿਆਂ ਹੀ ਇਸੇ ਪ੍ਰਕਾਰ ਇਹ ਆਸਾਂ ਮਨ ਵਿੱਚ ਵਿਚਾਰਦਿਆਂ ਵਿਚਾਰਦਿਆਂ ਹੀ ਸੁਪਨੇ ਲੈਂਦਿਆਂ ਲੈਂਦਿਆਂ ਫੁਰਨੇ ਬਣਾਉਂਦਿਆਂ ਬਣਾਉਂਦਿਆਂ ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਜਿਸ ਤਰ੍ਹਾਂ ਕੋਲੂ ਦੇ ਬਲਦ ਜਿਹੜੇ ਨੇ ਜਿੱਥੋਂ ਤੁਰੇ ਸੀ ਉੱਥੇ ਖੜੇ, ਪੈਂਡਾ ਬੜਾ ਤੈਅ ਕੀਤਾ, ਪਹੁੰਚੇ ਕਿਤੇ ਨਹੀਂ। ਜਿਵੇਂ ਅੰਨੇ ਬੰਦੇ ਨੇ ਵਾਣ ਵੱਟ ਕੇ ਮਸ਼ੱਕਤ ਬੜੀ ਕੀਤੀ ਪਰ ਮਿਲਿਆ ਕੁਝ ਨਹੀਂ, ਵਾਣ ਵੱਛਾ ਖਾ ਗਿਆ। ਜਿਵੇਂ ਇੱਕ ਹਿਰਨ ਦੀ ਪਿਆਸ ਨਹੀਂ ਬੁਝੀ, ਬਹੁਤ ਤੇਜ਼ ਉਹਨੇ ਦੌੜ ਲਾਈ, ਇਸੇ ਤਰ੍ਹਾਂ ਸਾਹਿਬ ਕਹਿੰਦੇ ਮਾਇਆ ਦਾ ਮੋਹ, ਇਹ ਜੰਜਾਲ ਐਸੇ ਨੇ ਕਿ ਬੰਦੇ ਦੀ ਤ੍ਰਿਸ਼ਨਾ ਕਦੇ ਵੀ ਨਹੀਂ ਬੁਝਦੀ। ਜਿੰਨੀ ਮਰਜ਼ੀ ਕੋ ਦੌੜ ਲਾ ਲਵੇ, ਜਿੰਨਾ ਕੋ ਮਰਜ਼ੀ ਭੱਜ ਲਵੇ, ਤੇ ਜਿਹੜੇ ਮਨੁੱਖ ਸੋਚਦੇ ਨੇ ਕਿ ਸਾਡੇ ਕੋਲ ਕੁਝ ਨਹੀਂ ਹੈ, ਜਦੋਂ ਬਹੁਤਾ ਧਨ ਆਏਗਾ ਸ਼ਾਇਦ ਉਦੋਂ ਸਾਡੀ ਤ੍ਰਿਸ਼ਨਾ ਮੁੱਕ ਜਾਏਗੀ, ਸਾਡੇ ਮਨ ਦੇ ਫੁਰਨੇ ਜਿਹੜੇ ਨੇ ਮਾਇਆ ਦੇ ਲਈ ਬਣਦੇ ਨੇ ਉਹ ਮੁੱਕ ਜਾਣਗੇ। ਤੇ ਸਾਹਿਬ ਕਹਿੰਦੇ ਇਹ ਬਹੁਤ ਵੱਡਾ ਭੁਲੇਖਾ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਝੀ ਹੈ। ਇਹ ਜਿਹੜੀ ਹੈ ਚੀਜ਼ ਖਤਮ ਹੋਣ ਵਾਲੀ ਨਹੀਂ। ਮਹਾਰਾਜ ਕਹਿੰਦੇ ਨੇ ਜਦੋਂ ਇਹ ਸਾਰਾ ਪਸਾਰਾ ਵਾਹਿਗੁਰੂ ਨੇ ਰਚਿਆ, ਆਲ ਜਾਲ ਮਾਇਆ ਜੰਜਾਲ, ਆਲ ਕਹਿੰਦੇ ਘਰ ਨੂੰ, ਕਹਿੰਦੇ ਘਰਾਂ ਦੇ ਜੰਜਾਲ ਪੈ ਗਏ ਮਨੁੱਖ ਨੂੰ, ਮਾਇਆ ਦੇ ਜੰਜਾਲ ਵਿੱਚ ਬੰਦਾ ਫਸ ਗਿਆ। ਹਉਮੈ ਮੋਹ ਭਰਮ ਭੈ ਭਾਰ, ਕਹਿੰਦੇ ਫਿਰ ਇਸ ਦ੍ਰਿਸ਼ਟਮਾਨ ਪਸਾਰੇ ਦੇ ਵਿੱਚ ਮਨੁੱਖ ਦੇ ਉੱਪਰ ਜਿੱਥੇ ਮਾਇਆ ਦਾ ਪ੍ਰਭਾਵ ਹੈ, ਜਿੱਥੇ ਪਾਪ ਪੁੰਨ ਦੀ ਗੱਲ ਕਰਦਾ ਹੈ, ਜਿੱਥੇ ਨਰਕ ਤੇ ਸੁਰਗ ਦੀ ਗੱਲ ਚੱਲੀ, ਉੱਥੇ ਕੀ ਹੋਇਆ, ਬੰਦੇ ਅੰਦਰ ਹਉਮੈ ਵੀ ਆ ਗਈ, ਮੋਹ ਵੀ ਪੈਦਾ ਹੋ ਗਿਆ, ਉੱਥੇ ਭਰਮ ਵੀ ਪੈਦਾ ਹੋਏ ਲੋਕਾਂ ਨੂੰ। ਭੈ ਕਹਿੰਦੇ ਡਰ ਨੂੰ, ਕਹਿੰਦੇ ਉੱਥੇ ਡਰ ਵੀ ਹੋਏ। ਤੇ ਭਾਰ ਦਾ ਅਰਥ ਹੈ ਬੋਝ ਪਾ ਲੈਣਾ ਆਪਣੇ ਆਪ ਦੇ ਉੱਪਰ, ਦਿਮਾਗ ਦੇ ਉੱਪਰ, ਟੈਨਸ਼ਨ ਲੈਣੀ, ਐਵੇਂ ਚਿੰਤਾ ਵਿੱਚ ਰਹਿਣਾ। ਕਹਿੰਦੇ ਸਾਰੀਆਂ ਚੀਜ਼ਾਂ ਇਸ ਸੰਸਾਰ ਦੇ ਵਿੱਚ ਵਾਪਰਦੀਆਂ ਨੇ, ਦੁੱਖ ਸੁਖ ਮਾਨ ਅਪਮਾਨ, ਕਹਿੰਦੇ ਜਿੱਥੇ ਹਉਮੈ ਮੋਹ ਭਰਮ ਡਰ ਪੈਦਾ ਹੋਏ, ਉੱਥੇ ਨਾਲ ਦੁੱਖ ਸੁਖ ਮਾਨ ਅਪਮਾਨ। ਅਪਮਾਨ ਕਹਿੰਦੇ ਬੇਇੱਜ਼ਤੀ ਹੋ ਜਾਣੀ, ਮਾਣ ਕਹਿੰਦੇ ਇੱਜ਼ਤ ਮਿਲਣੀ। ਕਹਿੰਦੇ ਇਹ ਚੀਜ਼ਾਂ ਵੀ ਨਾਲ ਹੀ ਇਸ ਸੰਸਾਰ ਦੇ ਵਿੱਚ ਪੈਦਾ ਹੋਈਆਂ, ਦ੍ਰਿਸ਼ਟਮਾਨ ਸੰਸਾਰ ਦੇ ਵਿੱਚ। ਪਰ ਜਦੋਂ ਤੱਕ ਵਾਹਿਗੁਰੂ ਨੇ ਪਸਾਰਾ ਨਹੀਂ ਸੀ ਪਸਾਰਿਆ, ਉਦੋਂ ਤੱਕ ਕੋਈ ਮਾਣ ਅਪਮਾਨ ਵਾਲੀ ਗੱਲਬਾਤ ਹੀ ਨਹੀਂ ਸੀ, ਕੋਈ ਚਿੰਤਾ ਫਿਕਰ ਵਾਲੀ ਗੱਲਬਾਤ ਨਹੀਂ ਸੀ। ਅਨਕ ਪ੍ਰਕਾਰ ਕੀਓ ਬਖਿਆਣ, ਤੇ ਮਹਾਰਾਜ ਕਹਿੰਦੇ ਨੇ ਅਨਕ ਪ੍ਰਕਾਰ, ਕਈ ਢੰਗ ਦੇ ਨਾਲ ਲੋਕ ਜਿਹੜਾ ਹੈ ਬਖਿਆਨ ਕਰਦੇ, ਇਸ ਚੀਜ਼ ਦੀ ਚਰਚਾ ਕਰਦੇ ਨੇ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਉ ਨਾਨਕ ਏਕੈ। ਆਪਨ ਖੇਲ, ਹੁਣ ਖੇਲ ਸ਼ਬਦ ਜਿਹੜਾ ਹੈ ਖੇਡ ਤੋਂ ਬਣਿਆ। ਕਹਿੰਦੇ ਜਿਹੜੀਆਂ ਖੇਡਾਂ ਇਸ ਸੰਸਾਰ ਵਿੱਚ ਵਾਪਰਦੀਆਂ ਨੇ, ਕਹਿੰਦੇ ਵਾਹਿਗੁਰੂ ਆਪ ਹੀ ਸਾਰੀਆਂ ਖੇਡਾਂ ਖੇਡ ਰਿਹਾ ਹੈ। ਇਹ ਸੰਸਾਰ ਨੂੰ ਪੈਦਾ ਕਰ ਦੇਣਾ, ਇਹ ਵੀ ਵਾਹਿਗੁਰੂ ਦੀ ਇੱਕ ਖੇਡ ਹੈ ਬੜੀ ਪਿਆਰੀ। ਕੀਆ ਖੇਲ ਵੱਡ ਮੇਲ ਤਮਾਸ਼ਾ, ਵਾਹ ਗੁਰੂ ਤੇਰੀ ਸਭ ਰਚਨਾ। ਕਹਿੰਦੇ ਰਚਨਾ ਸਾਰੀ ਤੇਰੀ ਹੈ। ਇਹ ਪਸਾਰਾ ਵਾਹਿਗੁਰੂ ਜੀ ਤੁਸੀਂ ਆਪ ਪਸਾਰਿਆ, ਤੇ ਇਹ ਤੁਹਾਡੇ ਮਨ ਦੀ ਮੌਜ ਹੈ। ਮਹਾਰਾਜ ਕਹਿੰਦੇ ਨੇ ਖੇਲ ਸੰਕੋਚੈ ਤਉ ਨਾਨਕ ਏਕੈ। ਜਿਵੇਂ ਮਦਾਰੀ ਆਉਂਦਾ ਹੈ ਨਾ, ਤੇ ਉਹ ਆਪਣੀ ਡੁਗਡੁਗੀ ਵਜਾਉਂਦਾ ਹੈ, ਬੜੇ ਲੋਕ ਇਕੱਠੇ ਹੋ ਜਾਂਦੇ, ਆਸੇ ਪਾਸੇ ਬਹਿ ਜਾਂਦੇ ਵੀ ਹੁਣ ਤਮਾਸ਼ਾ ਵੇਖਾਂਗੇ। ਕਹਿੰਦੇ ਜਿਹੜੀ ਭੀੜ ਇਕੱਠੀ ਹੋਈ ਸੀ ਤਮਾਸ਼ਾ ਵੇਖਣ ਵਾਲੀ,
ਉਹ ਓਨੀ ਦੇਰ ਬੈਠੀ ਰਹਿੰਦੀ ਜਿੰਨੀ ਦੇਰ ਤਮਾਸ਼ਾ ਚੱਲ ਰਿਹਾ ਹੁੰਦਾ ਹੈ। ਜਿਉਂ ਹੀ ਤਮਾਸ਼ਾ ਖਤਮ ਹੋਇਆ ਉਹ ਭੀੜ ਫਿਰ ਵਾਪਸ ਆਪਣੇ ਆਪਣੇ ਘਰਾਂ ਨੂੰ ਚਲੀ ਜਾਂਦੀ ਹੈ। ਉਸ ਚੌਂਕ ਚੁਰਾਹੇ ਦੇ ਵਿੱਚ ਖਾਲੀ ਇੱਕ ਮਦਾਰੀ ਰਹਿ ਜਾਂਦਾ, ਬਸ ਜਿਹਨੇ ਡੁਗਡੁਗੀ ਵਜਾਈ, ਤਮਾਸ਼ਾ ਜਿਹਨੇ ਵਿਖਾਇਆ, ਜਿਹਨੇ ਭੀੜ ਨੂੰ ਇਕੱਠਿਆਂ ਕੀਤਾ, ਉਹ ਆਪ ਹੀ ਰਹਿ ਗਿਆ। ਪਹਿਲਾਂ ਵੀ ਉਹ ਆਪ ਇਕੱਲਾ ਹੀ ਸੀ, ਪਰ ਉਹਦੀ ਡੁਗਡੁਗੀ ਸੁਣ ਕੇ ਲੋਕ ਇਕੱਠੇ ਹੋਏ ਸਨ। ਜਦੋਂ ਸਾਰਾ ਤਮਾਸ਼ਾ ਖਤਮ ਹੋ ਗਿਆ, ਲੋਕ ਘਰੋਂ ਘਰੀ ਚਲੇ ਗਏ, ਉਹ ਇਕੱਲਾ ਹੀ ਰਹਿ ਗਿਆ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਵੇਂ ਬਾਜ਼ੀਗਰ ਨੇ ਬਾਜ਼ੀ ਪਾਉਣ ਦੇ ਲਈ ਚੋਟ ਲਾਈ ਨਗਾਰੇ ਤੇ, ਡੰਕ ਵਜਾਈ, ਡਮਰੂ ਵਜਾਇਆ, ਤੇ ਸਾਰੀ ਖਲਕ ਜਿਹੜੀ ਹੈ, ਖਲਕਤ ਮਹਾਰਾਜ ਕਹਿੰਦੇ ਤਮਾਸ਼ਾ ਵੇਖਣ ਆ ਗਈ। ਜਦੋਂ ਤਮਾਸ਼ਾ ਖਤਮ ਹੋਇਆ ਲੋਕੀ ਘਰੋਂ ਘਰੀ ਤੁਰ ਗਏ। ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਉ ਨਾਨਕ ਇੱਕ ਹੈ। ਜਦੋਂ ਵਾਹਿਗੁਰੂ ਚਾਹਵੇ ਇਹ ਸੰਸਾਰ ਦਾ ਪਸਾਰਾ ਇਹਨੂੰ ਸਮੇਟ ਲੈਂਦਾ ਏ, ਜਦੋਂ ਚਾਹਵੇ ਵਿਸਥਾਰ ਕਰ ਦਿੰਦਾ ਏ। ਵੇਖਦੇ ਹੋ ਤੁਸੀਂ, ਸੈਂਕੜੇ ਜੀਵ ਪੈਦਾ ਵੀ ਕਰ ਦਿੰਦਾ ਹੈ, ਹਜ਼ਾਰਾਂ ਜੀਵਾਂ ਨੂੰ ਖਤਮ ਵੀ ਕਰ ਦਿੰਦਾ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਪਸਾਰਾ ਕਰਨ ਵਾਲੀ ਸ਼ਕਤੀ ਵਰਤੇ ਤੇ ਵਾਹਿਗੁਰੂ ਬਹੁਤ ਪਸਾਰਾ ਕਰ ਦਿੰਦਾ। ਜਦੋਂ ਸਮੇਟਣ ਵਾਲੀ, ਇਕਰਖਣ ਵਾਲੀ ਸ਼ਕਤੀ ਵਰਤਦਾ, ਸਾਰਿਆਂ ਨੂੰ ਸਮੇਟ ਲੈਂਦਾ ਹੈ। ਜਹਾਂ ਅਬਿਗਤ ਭਗਤ ਤਹਾਂ ਆਪ। ਅਬਿਗਤ ਕਹਿੰਦੇ ਨੇ ਜੋ ਨਜ਼ਰੀ ਨਹੀਂ ਪੈਂਦਾ, ਜੋ ਅਦ੍ਰਿਸ਼ ਹੈ, ਵਾਹਿਗੁਰੂ ਅਕਾਲ ਪੁਰਖ। ਭਗਤ ਤਹਾਂ ਆਪ ਕਹਿੰਦੇ ਵਾਹਿਗੁਰੂ ਭਾਵੇਂ ਨਿਰਗੁਣ ਰੂਪ ਕਰਕੇ ਸਾਡੀ ਨਜ਼ਰ ਵਿੱਚ ਨਹੀਂ ਆਉਂਦਾ, ਪਰ ਜਿੱਥੇ ਉਹਦੇ ਭਗਤ ਜਨ ਹੁੰਦੇ ਨੇ ਉੱਥੇ ਵਾਹਿਗੁਰੂ ਦਾ ਵਾਸਾ ਹੈ, ਉੱਥੇ ਵਾਹਿਗੁਰੂ ਦਾ ਵਾਸਾ ਹੈ। ਜਿੱਥੇ ਵਾਹਿਗੁਰੂ ਹੈ ਉੱਥੇ ਉਹਦੇ ਭਗਤ ਨੇ, ਤੇ ਜਿੱਥੇ ਉਹਦੇ ਭਗਤ ਜਨ ਨੇ ਉੱਥੇ ਪਰਮੇਸ਼ਰ ਦਾ ਵਾਸਾ ਹੈ। ਜਹਾਂ ਪਸਰੈ ਪਸਾਰ ਸੰਤ ਪ੍ਰਤਾਪ। ਕਹਿੰਦੇ ਸੰਤਾਂ ਦੇ ਪ੍ਰਤਾਪ ਦੇ ਲਈ, ਭਗਤਾਂ ਦੀ ਵਡਿਆਈ ਦੇ ਲਈ ਪਰਮੇਸ਼ਰ ਨੇ ਇਹ ਸਾਰਾ ਪਸਾਰਾ ਰਚਿਆ ਹੋਇਆ ਹੈ। ਸਾਰਾ ਪਸਾਰਾ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਇਹ ਸਾਰਾ ਪਸਾਰਾ ਉਹਨੇ ਤਾਂ ਹੀ ਪਸਾਰਿਆ ਏ ਭਗਤਾਂ ਦੀ ਵਡਿਆਈ ਵਾਸਤੇ, ਸੰਤਾਂ ਦੇ ਪ੍ਰਤਾਪ ਵਾਸਤੇ। ਦੋਹੋਂ ਪਾਖ ਕਾ ਆਪੇ ਧਨੀ। ਦੋਹੋਂ ਪਾਖ ਦੇ ਅਰਥ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਕੀਤੇ ਨੇ। ਦੋਹੋਂ ਪਾਖ ਦੇ ਅਰਥ ਨਿਰਗੁਣ ਤੇ ਸਰਗੁਣ ਰੂਪ ਵੀ ਕੀਤੇ ਨੇ, ਤੇ ਦੋਹੋਂ ਪਾਖ ਦਾ ਭਾਵ ਹੈ ਇਹ ਸੰਸਾਰ ਦਾ ਪਸਾਰਾ ਪਸਾਰਨਾ ਅਤੇ ਸੰਤਾਂ ਦੀ ਪੈਜ ਰੱਖਣੀ, ਵਡਿਆਈ ਦੇਣੀ ਸੰਤਾਂ ਨੂੰ। ਕਹਿੰਦੇ ਇਹ ਦੋਵੇਂ ਪੱਖਾਂ ਦਾ ਧਨੀ ਵਾਹਿਗੁਰੂ ਆਪ ਹੈ। ਜਿੱਥੇ ਉਹਨੇ ਆਪਣੇ ਸੰਤ ਜਨ ਭਗਤ ਜਨ ਪੈਦਾ ਕੀਤੇ, ਉੱਥੇ ਉਹਨਾਂ ਦੀ ਪੈਜ ਵੀ ਰੱਖਦਾ ਹੈ, ਉਹਨਾਂ ਨੂੰ ਸ਼ੋਭਾ ਤੇ ਮਾਣ ਵੀ ਦਿੰਦਾ ਹੈ, ਉਹਨਾਂ ਨੂੰ ਵਡਿਆਈਆਂ ਵੀ ਦਿੰਦਾ ਹੈ। ਆਪੇ ਦੋਹੋਂ ਪਾਖ ਕਾ ਆਪੇ ਧਨੀ, ਉਨਕੀ ਸ਼ੋਭਾ ਉਨਹੂ ਬਣੀ। ਕਹਿੰਦੇ ਆਪ ਹੀ ਨਿਰਗੁਣ ਤੇ ਸਰਗੁਣ ਰੂਪ ਉਹਨੇ ਧਾਰਿਆ, ਆਪ ਹੀ ਸੰਤ ਜਨਾਂ ਨੂੰ ਪੈਦਾ ਕਰਨ ਵਾਲਾ ਤੇ ਆਪ ਹੀ ਉਹਨਾਂ ਨੂੰ ਵਡਿਆਈਆਂ ਦੇਣ ਵਾਲਾ ਹੈ। ਕਹਿੰਦੇ ਵਾਹਿਗੁਰੂ ਦੀ ਸ਼ੋਭਾ ਵਾਹਿਗੁਰੂ ਨੂੰ ਹੀ ਬਣ ਆਉਂਦੀ ਹੈ, ਉਹਦੀ ਵਡਿਆਈ ਉਹਨੂੰ ਹੀ ਬਣ ਆਉਂਦੀ ਹੈ। ਇੰਨੇ ਢੰਗ ਨਾਲ, ਇੰਨੇ ਤਰੀਕਿਆਂ ਦੇ ਨਾਲ ਉਹਨੇ ਸੰਸਾਰ ਨੂੰ ਸਾਜਿਆ। ਆਪੇ ਕੌਤਕ ਕਰੈ ਆਨੰਦ ਚੋਜ। ਜਿੰਨੇ ਵੀ ਕੌਤਕ ਵਾਪਰਦੇ ਨੇ, ਕਹਿੰਦੇ ਸਾਰੇ ਕੌਤਕ ਕਰਨ ਵਾਲਾ ਅਕਾਲ ਪੁਰਖ ਪਰਮੇਸ਼ਰ ਹੈ। ਉਹ ਆਪ ਹੀ ਆਨੰਦ ਲੈ ਰਿਹਾ ਹੈ, ਤਰ੍ਹਾਂ ਤਰ੍ਹਾਂ ਦੇ ਚੋਜ ਕਰ ਰਿਹਾ ਹੈ। ਚੋਜ ਇਹ ਸਾਰੇ ਸੰਸਾਰ ਦੇ ਅੰਦਰ
ਇਸ ਰਚੇ ਹੋਏ ਪਸਾਰੇ ਦੇ ਵਿੱਚ ਕਹਿੰਦੇ ਜੋ ਕੁਝ ਵੀ ਵਾਪਰਦਾ ਏ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਏ। ਤੇ ਮਹਾਰਾਜ ਕਹਿੰਦੇ ਨੇ ਕੋਈ ਵੀ ਚੀਜ਼ ਹੁਕਮ ਤੋਂ ਬਾਹਰੀ ਹੈ ਹੀ ਨਹੀਂ ਹੈ, ਬਾਹਰੀ ਨਹੀਂ ਹੈ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ, ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਭਵਾਈਐ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਏ। ਜੇ ਕਿਸੇ ਨੂੰ ਮਾਣ ਮਿਲ ਰਿਹਾ ਤਾਂ ਉਹ ਵੀ ਇਹਦੇ ਹੁਕਮ ਦੇ ਵਿੱਚ ਹੀ ਹੈ, ਤੇ ਜੇ ਮਹਾਰਾਜ ਕਹਿੰਦੇ ਕਿਸੇ ਨੂੰ ਜੂਨੀਆਂ ਦੇ ਵਿੱਚ ਭਵਾਉਂਦਾ ਹੈ ਤਾਂ ਇਹ ਵੀ ਉਹਦਾ ਹੀ ਹੁਕਮ ਹੈ, ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਤੇ ਸਤਿਗੁਰੂ ਕਹਿੰਦੇ ਨੇ ਆਪੇ ਰਸ ਭੋਗਣ ਨਿਰਜੋਗ। ਜਿੰਨੇ ਵੀ ਰਸ ਨੇ ਸਾਰਿਆਂ ਨੂੰ ਭੋਗਣ ਵਾਲਾ ਵਾਹਿਗੁਰੂ ਆਪ ਹੈ। ਸਰਗੁਣ ਰੂਪ ਦੇ ਵਿੱਚ ਬੈਠਾ ਹੋਇਆ, ਸਾਰੇ ਜੀਵਾਂ ਦੇ ਵਿੱਚ ਵਿਆਪਕ, ਸਾਰੇ ਰਸ ਵਾਹਿਗੁਰੂ ਆਪ ਹੀ ਭੋਗ ਰਿਹਾ ਹੈ। ਤੇ ਨਿਰਜੋਗ ਦਾ ਅਰਥ ਹੈ ਰਸਾਂ ਕਸਾਂ ਤੋਂ ਨਿਰਲੇਪ ਵੀ ਹੈ। ਰਸਾਂ ਕਸਾਂ ਤੋਂ ਵਾਹਿਗੁਰੂ ਨਿਰਲੇਪ ਹੈ, ਉਹ ਕਿਸੇ ਰਸ ਕਸ ਦਾ ਮੁਤਾਜ ਨਹੀਂ। ਜਿਸ ਭਾਵੈ ਤਿਸ ਆਪਣ ਨਾਏ ਲਾਵੈ। ਤੇ ਮਹਾਰਾਜ ਕਹਿੰਦੇ ਜਿਹੜੇ ਉਹਦੀ ਬੰਦਗੀ ਵਿੱਚ ਜੁੜੇ ਹੋਏ ਨੇ ਨਾ, ਇਹ ਵੀ ਕਿਸੇ ਦਾ ਆਪਣਾ ਯਤਨ ਨਹੀਂ, ਇਹ ਵੀ ਵਾਹਿਗੁਰੂ ਦੀ ਮੌਜ ਹੈ। ਜਿਨ੍ਹਾਂ ਤੇ ਕਿਰਪਾ ਉਹਨੇ ਕੀਤੀ, ਜਿਹੜੇ ਉਹਨੂੰ ਭਾ ਗਏ, ਉਹਨਾਂ ਨੂੰ ਆਪਣੇ ਨਾਮ ਦੇ ਵਿੱਚ ਜੋੜ ਲਿਆ, ਆਪਣੀ ਬੰਦਗੀ ਦੇ ਵਿੱਚ ਲਾਇਆ ਹੈ। ਕਿ ਜੇ ਕੋਈ ਅੰਮ੍ਰਿਤ ਵੇਲੇ ਜਾਗਿਆ, ਗੁਰੂ ਕੇ ਚਰਨਾਂ ਵਿੱਚ ਆਇਆ, ਇਸ ਗੱਲ ਦਾ ਸਾਨੂੰ ਕਿਤੇ ਮਾਣ ਨਾ ਹੋ ਜਾ ਵੀ ਮੈਂ ਆਪਣੀ ਸਿਆਣਪ ਨਾਲ ਐਸਾ ਕੀਤਾ। ਇਹ ਕਹੀਏ ਅਕਾਲ ਪੁਰਖ ਜੀ ਤੁਸੀਂ ਮੇਰੇ ਸਿਰ ਤੇ ਅੱਜ ਬਹੁਤ ਵੱਡਾ ਮਿਹਰ ਭਰਿਆ ਹੱਥ ਰੱਖ ਕੇ ਤਰੁੱਠ ਕੇ ਮੇਰੇ ਕੋਲੋਂ ਇਹ ਸੇਵਾ ਅੱਜ ਲਈ ਹੈ, ਨਹੀਂ ਤੇ ਮੈਂ ਐਡਾ ਸਮਰੱਥ ਨਹੀਂ ਸਾਂ ਇਹ ਕਾਰਜ ਮੈਂ ਕਰ ਸਕਦਾ। ਸਦਾ ਹੀ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਜੋ ਵੀ ਕਰਦੇ ਹਾਂ ਆਪਣੀ ਤਾਕਤ ਦੇ ਨਾਲ ਨਹੀਂ, ਉਹਦੀ ਕਿਰਪਾ ਦੇ ਨਾਲ ਹੈ। ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਬਾਣੀ ਆਪਾਂ ਪੜ੍ਹਦੇ ਹਾਂ, ਉਹਨਾਂ ਦਾ ਜੀਵਨ ਸਾਡੇ ਲਈ ਇੱਕ ਬਹੁਤ ਵੱਡੀ ਮਿਸਾਲ ਤੇ ਪ੍ਰੇਰਣਾ ਦੇਣ ਵਾਲਾ ਜੀਵਨ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਭੱਟ ਸਾਹਿਬਾਨ ਪ੍ਰਤੱਖ ਹਰ ਕਹਿੰਦੇ ਨੇ, ਜਿਨ੍ਹਾਂ ਦੇ ਬਾਰੇ ਵੀ ਬਚਨ ਆਪਾਂ ਪੜ੍ਹਦੇ ਹਾਂ, ਜਪਿਓ ਜਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਭੱਟ ਸਾਹਿਬਾਨ ਕਹਿੰਦੇ ਭੰਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਤੇ ਪ੍ਰਤੱਖ ਹਰ ਸਤਿਗੁਰੂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਖਵਾਉਂਦੇ ਤਿਆਰ ਕਰਦੇ ਨੇ, ਤੇ ਜਦੋਂ ਬਾਣੀ ਦੀ ਸਮਾਪਤੀ ਹੁੰਦੀ ਹੈ ਤੇ ਅਖੀਰ ਦੇ ਵਿੱਚ ਆਪਾਂ ਸ਼ਲੋਕ ਪੜ੍ਹਦੇ ਹਾਂ, ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ। ਕਹਿੰਦੇ ਮਹਾਰਾਜ ਤੇਰਾ ਕੀਤਾ ਹੋਇਆ, ਤੇਰੇ ਪਰਉਪਕਾਰ ਮੈਂ ਜਾਣ ਹੀ ਨਹੀਂ ਸਕਦਾ। ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ। ਤੂੰ ਮੈਨੂੰ ਇਸ ਯੋਗ ਬਣਾਇਆ, ਤੂੰ ਮੈਨੂੰ ਇਸ ਲਾਇਕ ਬਣਾਇਆ ਹੈ ਕਿ ਇਹ ਸੇਵਾ ਮੇਰੇ ਦੁਆਰਾ ਤੁਸੀਂ ਆਪ ਕਰਵਾਈ ਹੈ। ਜੋ ਬਾਣੀ ਨੂੰ ਲਿਖਣ ਦੀ ਲਿਖਾਉਣ ਦੀ ਸੇਵਾ ਸਾਰੀ ਹੋਈ ਹੈ। ਕਹਿੰਦੇ ਮੈਂ ਇਸ ਯੋਗ ਨਹੀਂ ਸਾਂ, ਤੁਸੀਂ ਆਪ ਇਸ ਯੋਗ ਮੈਨੂੰ ਬਣਾਇਆ, ਆਪ ਮੇਰੇ ਤੇ ਤਰਸ ਕੀਤਾ। ਹੁਣ ਵੇਖੋ ਕਿੱਡੀ ਨਿਮਰਤਾ। ਤੇ ਮਨੁੱਖ ਆਮ ਕੋਈ ਦੁਨਿਆਵੀ ਕੋਈ 10-20 ਪੇਜਾਂ ਦੀ ਕਿਤਾਬ ਵੀ ਲਿਖ ਦੇਵੇ ਨਾ, ਉਹ ਆਪਣਾ ਨਾਮ ਸਭ ਤੋਂ ਮੂਹਰੇ ਲਿਖਦਾ ਵੀ ਮੈਂ ਲਿਖੀ ਹੈ, ਤੇ ਫਿਰ ਕਹਿੰਦਾ ਸਭ ਹੱਕ ਰਾਖਵੇਂ ਨੇ, ਇਹਦੇ 'ਚ ਜੋ ਲਿਖਿਆ ਏ ਉਹਦੇ ਤੇ ਮੇਰਾ ਅਧਿਕਾਰ ਹੈ, ਕਿਸੇ ਹੋਰ ਦਾ ਨਹੀਂ। ਪਰ ਸਾਹਿਬ ਜੀ ਕਹਿੰਦੇ ਮੈਂ ਤਾਂ ਯੋਗ ਹੀ ਨਹੀਂ ਸਾਂ, ਤੁਸੀਂ ਐਡੀ ਕਿਰਪਾ ਮੇਰੇ ਤੇ ਕਰਕੇ ਇਹ ਕਾਰਜ ਕਰਵਾਇਆ। ਤੇ ਸਾਧ ਸੰਗਤ ਇਹ ਨੁਕਤਾ ਜ਼ਿੰਦਗੀ ਦੇ ਵਿੱਚ ਜੇ ਅਸੀਂ ਕਮਾ ਲਈਏ ਤੇ ਕਦੇ ਵੀ ਸਾਡੇ ਜੀਵਨ ਵਿੱਚ ਹਉਮੈ ਹੰਕਾਰ ਨਹੀਂ ਆਏਗਾ। ਵੱਡੇ ਤੋਂ ਵੱਡਾ ਕਾਰਜ ਵੀ ਕਰ ਲਈਏ ਤੇ ਕਦੇ ਹੰਕਾਰ ਨਹੀਂ ਮਨ ਵਿੱਚ ਆਏਗਾ
ਇਹ ਨੁਕਤਾ ਜ਼ਿੰਦਗੀ ਵਿੱਚ ਜੇ ਵਸ ਗਿਆ ਕਿ ਵਾਹਿਗੁਰੂ ਜੀ ਮੈਂ ਸਮਰੱਥ ਨਹੀਂ ਸਾਂ, ਮੈਂ ਏਡੇ ਯੋਗ ਨਹੀਂ ਸਾਂ, ਤੁਸੀਂ ਆਪ ਕਿਰਪਾ ਕਰਕੇ ਇਹ ਸੇਵਾ ਲਈ ਹੈ। ਤੇ ਅੱਜ ਆਪਾਂ ਗੁਰਦੁਆਰਾ ਸਾਹਿਬ ਆ ਕੇ ਕੋਈ ਛੋਟੀ ਤੋਂ ਛੋਟੀ ਚੀਜ਼ ਵੀ ਭੇਟ ਕਰੀਏ, ਸਾਡੇ ਮਨ ਵਿੱਚ ਹਉਮੈ ਤੇ ਹੰਕਾਰ ਹੁੰਦਾ ਹੈ। ਪਰ ਜਦੋਂ ਤੁਸੀਂ ਇਤਿਹਾਸ ਪੜ੍ਹੋਗੇ ਤੇ ਪਤਾ ਲੱਗੇਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਉਹਨਾਂ ਨੇ ਦਰਬਾਰ ਸਾਹਿਬ ਦੇ ਉੱਪਰ ਜਿੰਨਾ ਵੀ ਸੋਨੇ ਦੀ ਸੇਵਾ ਹੋਈ ਸਾਰੀ ਉਹਨਾਂ ਨੇ ਕਰਵਾਈ ਹੈ। ਇਹ ਕਾਰਜ ਕਰ ਸਕਦਾ, ਸੋ ਇਹ ਨਿਮਰਤਾ ਵਾਲਾ ਭਾਵ। ਤੇ ਸਤਿਗੁਰੂ ਕਹਿੰਦੇ ਜਿਨ੍ਹਾਂ ਤੇ ਤਰਸ ਮਾਲਕ ਨੇ ਕੀਤਾ ਉਹਨਾਂ ਨੂੰ ਆਪਣੇ ਨਾਮ ਦੇ ਵਿੱਚ ਜੋੜਿਆ, ਬੰਦਗੀ ਵਿੱਚ ਜੋੜਿਆ, ਸੇਵਾ ਵਿੱਚ ਜੋੜ ਦਿੱਤਾ। ਜਿਸ ਭਾਵੈ ਤਿਸ ਖੇਲ ਖਿਲਾਵੈ। ਤੇ ਸਤਿਗੁਰੂ ਕਹਿੰਦੇ ਕਈਆਂ ਨੂੰ ਉਹ ਸੰਸਾਰ ਦੇ ਮੋਹ ਵਿੱਚ ਹੀ ਫਸਾ ਕੇ ਰੱਖਿਆ, ਸੰਸਾਰ ਦੇ ਕੰਮਾਂ ਕਾਰਾਂ ਵਿੱਚ ਲਾਇਆ ਹੋਇਆ, ਦੌੜ ਭੱਜ ਵਿੱਚ ਹੀ ਲਾਇਆ ਹੋਇਆ। ਖੇਲ ਖਿਲਾਵੇ ਦਾ ਭਾਵ ਹੈ ਮਾਇਆ ਦੀਆਂ ਖੇਡਾਂ ਦੇ ਵਿੱਚ ਲਾਇਆ ਹੋਇਆ ਕਈਆਂ ਨੂੰ। ਕਈਆਂ ਦੀ ਸਾਰੀ ਉਮਰ ਲੰਘ ਜਾਂਦੀ ਹੈ, ਉਹ ਕਦੇ ਸਤ ਸੰਗਤ ਵਿੱਚ ਨਹੀਂ ਆਉਂਦੇ, ਉਹ ਕਦੇ ਬਾਣੀ ਨਹੀਂ ਪੜ੍ਹਦੇ, ਕਦੇ ਸੇਵਾ ਨਹੀਂ ਕਰਦੇ, ਦੁਨਿਆਵੀ ਕੰਮਾਂ ਕਾਰਾਂ ਵਿੱਚ ਹੀ ਲੱਗੇ ਰਹਿੰਦੇ, ਦੌੜ ਭੱਜ ਕਰਦੇ ਰਹਿੰਦੇ ਸਾਰੀ ਉਮਰ। ਕਹਿੰਦੇ ਇਹ ਵੀ ਉਹਦੀ ਮੌਜ ਹੀ ਹੈ ਕਿ ਕਈਆਂ ਨੂੰ ਸੇਵਾ ਦੇ ਵਿੱਚ ਲਾਇਆ। ਤੇ ਕਈ ਤੁਸੀਂ ਵੇਖੋਗੇ ਇੰਨੀ ਜ਼ਿਆਦਾ ਸੇਵਾ ਕਰਦੇ, ਦਿਨੇ ਰਾਤ ਸੇਵਾ ਕਰੀ ਜਾਂਦੇ, ਦਿਨੇ ਰਾਤ ਬਾਣੀ ਪੜ੍ਹਦੇ, ਦਿਨੇ ਰਾਤ ਸੇਵਾ ਸਿਮਰਨ ਵਿੱਚ ਜੁੜੇ ਹੋਏ ਨੇ। ਇਹ ਵੀ ਮਾਲਕ ਦੀ ਕਿਰਪਾ ਹੈ। ਕਈਆਂ ਨੂੰ ਉਹਨੇ ਸੇਵਾ ਵਿੱਚ ਲਾਇਆ ਤੇ ਮਹਾਰਾਜ ਕਹਿੰਦੇ ਕਈਆਂ ਨੂੰ ਸੰਸਾਰੀ ਦੌੜ ਭੱਜ ਵਿੱਚ ਲਾਇਆ ਹੋਇਆ। ਬੇਸ਼ੁਮਾਰ ਅਥਾ ਅਗਣਤ ਅਤੋਲੈ। ਕਹਿੰਦੇ ਅਕਾਲ ਪੁਰਖ ਪਰਮੇਸ਼ਰ ਜੀ ਉਹਨਾਂ ਦੇ ਬਾਰੇ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਬੇਸ਼ੁਮਾਰ, ਸ਼ੁਮਾਰ ਕਹਿੰਦੇ ਅੰਦਾਜ਼ਾ ਲਾਉਣਾ, ਕਹਿੰਦੇ ਅੰਦਾਜ਼ੇ ਤੋਂ ਵੀ ਬਾਹਰ ਹਨ। ਉਹਨਾਂ ਦੀ ਪਾਇਆ, ਉਹਨਾਂ ਦੀ ਤਾਕਤ, ਉਹਨਾਂ ਦੀ ਗਤ ਮਿੱਤ ਕੋਈ ਬਿਆਨ ਨਹੀਂ ਕਰ ਸਕਦਾ। ਅਥਾਹ ਦਾ ਭਾਵ ਹੈ ਜਿਹਦੀ ਕੋਈ ਡੂੰਘਾਈ ਦਾ ਪਤਾ ਨਾ ਹੋਵੇ, ਕਿੰਨਾ ਕੁ ਡੂੰਘਾ, ਕਿੰਨਾ ਕੁ ਗਹਿਰ ਗੰਭੀਰ ਹੈ। ਅਗਣਤ ਜਿਹੜਾ ਗਿਣਤੀਆਂ ਵਿੱਚ ਨਹੀਂ ਆਉਂਦਾ। ਅਤੋਲਾ ਜਿਹੜਾ ਤੋਲਿਆ ਨਹੀਂ ਜਾ ਸਕਦਾ। ਕਿਉਂਕਿ ਆਪਾਂ ਕਿਸੇ ਚੀਜ਼ ਦੇ ਬਾਰੇ ਦੱਸਣਾ ਹੋਵੇ ਵੀ ਫਲਾਣੀ ਚੀਜ਼ ਕਿੱਡੀ ਕੁ, ਆਪਾਂ ਉਹਦਾ weight ਦੱਸਦੇ ਵੀ ਇੰਨੀ ਕੁ ਭਾਰੀ ਹੈ, ਜਾਂ ਆਪਾਂ ਦੱਸਦੇ ਵੀ ਇੰਨੀ ਉੱਚੀ ਹੈ, ਜਾਂ ਇੰਨੀ ਡੂੰਘੀ ਹੈ, ਜਾਂ ਇੰਨੀ ਲੰਬੀ ਚੌੜੀ ਹੈ, ਅੰਦਾਜ਼ਾ ਲਾਉਣੇ ਆ। ਤੇ ਜਦੋਂ ਸਾਨੂੰ ਪੂਰੀ ਜਾਣਕਾਰੀ ਨਾ ਹੋਵੇ ਆਪਾਂ ਕਹਿੰਦੇ ਲਗਭਗ ਵੀ ਏਡੀ ਕੁ ਹੈ। ਕਹਿੰਦੇ ਅਕਾਲ ਪੁਰਖ ਜੀ ਤੁਸੀਂ ਬੇਅੰਤ ਹੋ, ਤੁਹਾਡੇ ਬਾਰੇ ਨਾ ਕੋਈ ਅੰਦਾਜ਼ਾ ਲਾ ਸਕਦਾ ਹੈ, ਨਾ ਕੋਈ ਗਿਣਤੀ ਕਰਕੇ ਦੱਸ ਸਕਦਾ ਹੈ, ਨਾ ਕੋਈ ਨਾਪ ਕੇ ਦੱਸ ਸਕਦਾ ਏ, ਨਾ ਕੋਈ ਤੋਲ ਕੇ ਦੱਸ ਸਕਦਾ ਏ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਤੇ ਗੁਰੂ ਅਰਜਨ ਸਾਹਿਬ ਅਤ ਦੀ ਨਿਮਰਤਾ ਵਿੱਚ ਆ ਕੇ ਕਹਿੰਦੇ ਮਹਾਰਾਜ ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਜੈਸੀ में आवे खसम की बाणी ਤੈਸੜਾ ਕਰੀ ਗਿਆਨ में ਲਾਲੋ। हे ਵਾਹਿਗੁਰੂ ਜੀ ਮੈਂ ਤੇ ਬੋਲਣਾ ਵੀ ਨਹੀਂ ਜਾਣਦਾ, ਪਰ ਮੈਂ ਜੋ ਕੁਝ ਵੀ ਕਹਿ ਰਿਹਾ ਹਾਂ, ਜੋ ਵੀ ਤੇਰੀ ਮਹਿਮਾ ਵਿੱਚ ਸ਼ਬਦ ਉਚਾਰੇ ਨੇ, ਜੋ ਵੀ ਤੁਹਾਡਾ ਜਸ ਕੀਤਾ, ਤੁਹਾਡੀ ਵਡਿਆਈ ਵਿੱਚ ਸ਼ਬਦ ਉਚਾਰੇ ਨੇ, ਮਹਾਰਾਜ ਕਹਿੰਦੇ ਇਹ ਬੋਲ ਮੇਰੇ ਆਪਣੇ ਨਹੀਂ, ਮੇਰੀ ਕੋਈ ਪਾਇਆ ਨਹੀਂ ਹੈ ਕਿ ਮੈਂ ਕੁਝ ਬੋਲ ਸਕਾਂ। ਤੇ ਇਹ ਗੱਲ ਹੈ ਵੀ ਸੱਚੀ। ਅਕਾਲ ਪੁਰਖ ਦੇ ਹੁਕਮ ਤੋਂ ਬਿਨਾ ਬੰਦਾ ਇੱਕ ਵੀ ਬੋਲ ਜ਼ੁਬਾਨ ਤੋਂ ਨਹੀਂ ਬੋਲ ਸਕਦਾ, ਇੱਕ ਵੀ ਬੋਲ। ਮਹਾਰਾਜ ਕਹਿੰਦੇ ਲੇਖੇ ਬੋਲਣ ਬੋਲਣਾ, ਕਹਿੰਦੇ ਸਾਰਾ ਕੁਝ ਇਹਦੇ ਹੁਕਮ ਵਿੱਚ ਹੀ ਹੈ। ਅਸੀਂ ਇੱਕ ਸ਼ਬਦ ਆਪਣੀ ਮਰਜ਼ੀ ਨਾਲ ਨਹੀਂ ਬੋਲ ਸਕਦੇ। ਕਹਿੰਦੇ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। हे ਵਾਹਿਗੁਰੂ ਜੀ ਜਿਵੇਂ ਤੁਸੀਂ ਮੇਰੇ ਤੇ ਕਿਰਪਾ ਕਰਕੇ ਜਿਵੇਂ ਬੁਲਵਾਉਂਦੇ ਹੋ, ਜਿਹੜਾ ਗਿਆਨ ਮੈਨੂੰ ਦਿੰਦੇ ਹੋ, ਦਾਸ ਨਾਨਕ ਉਹ ਗਿਆਨ ਸੰਸਾਰ ਨੂੰ ਦੇ ਰਿਹਾ ਹੈ। ਦਾਸ ਨਾਨਕ ਉਵੇਂ ਬੋਲਦਾ ਹੈ। ਇਹਦੇ ਵਿੱਚ ਮੇਰੀ ਕੋਈ ਆਪਣੀ ਤਾਕਤ ਨਹੀਂ, ਆਪਣੀ ਵਡਿਆਈ ਨਹੀਂ ਹੈ। ਜਿਵੇਂ ਤੁਸੀਂ ਮੇਰੇ ਤੇ ਤਰਸ ਕਰਕੇ ਬੁਲਵਾਉਂਦੇ ਹੋ, ਉਵੇਂ ਦਾਸ ਨਾਨਕ ਬੋਲਦਾ ਹੈ।
ਸੋ ਸਤਿਗੁਰੂ ਰਹਿਮਤ ਕਰਨ। ਅਕਾਲ ਪੁਰਖ ਪਰਮੇਸ਼ਰ ਜਿਸ ਨੇ ਸਾਰਾ ਪਸਾਰਾ ਪਸਾਰਿਆ ਹੈ, ਇਸ ਨੇ ਜੀਵਨ ਨੂੰ ਬੰਦਗੀ ਵਿੱਚ ਵੀ ਜੋੜਿਆ, ਸੰਸਾਰ ਦੇ ਕੰਮਾਂ ਕਾਰਾਂ ਵਿੱਚ ਵੀ ਲਾਇਆ, ਤੇ ਆਪਾਂ ਉਹਦੇ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰੂ ਰਹਿਮਤ ਕਰੋ ਸਾਡੇ ਤੇ ਵੀ, ਕਿਰਪਾ ਕਰੋ, ਆਪਣੇ ਦਰੋਂ ਕਰੋ, ਸਾਡੀ ਝੋਲੀ ਵਿੱਚ ਵੀ ਬੰਦਗੀ ਦਾ ਖੈਰ ਪਾਓ, ਤਾਂ ਕਿ ਸਾਡਾ ਵੀ ਸੰਸਾਰ ਤੇ ਆਇਆ ਲੇਖੇ ਵਿੱਚ ਪੈ ਸਕੇ। ਅਸੀਂ ਵੀ ਕਿਤੇ ਮਾਇਆ ਦੇ ਮੋਹ ਵਿੱਚ ਪੈ ਕੇ ਜਾਂ ਪਰਿਵਾਰ ਦੇ ਜੰਜਾਲਾਂ ਵਿੱਚ ਫਸ ਕੇ ਕਿਤੇ ਭਟਕਦਿਆਂ ਹੋਇਆਂ ਸਾਰੀ ਜ਼ਿੰਦਗੀ ਨਾ ਗਵਾ ਦਈਏ। ਸਾਡੀ ਜ਼ਿੰਦਗੀ ਦਾ ਮਕਸਦ ਜਿਹੜਾ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਇਹ ਤਾਂ ਹੀ ਪੂਰਾ ਹੋਵੇਗਾ ਜਦੋਂ ਗੁਰੂ ਤਰੁੱਠ ਕੇ ਸਾਡੇ ਤੇ ਤਰਸ ਕਰਕੇ ਸਾਨੂੰ ਸਤ ਸੰਗਤ ਵਿੱਚ ਜੁੜਨ ਦੀ ਦਾਤ ਬਖਸ਼ਿਸ਼ ਕਰਨਗੇ। ਸੋ ਗੁਰੂ ਕੇ ਚਰਨਾਂ ਵਿੱਚ ਇਹ ਅਰਦਾਸ ਕਰੀਏ, ਨਾ ਹੋਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਨਾ ਚਿਤਾਰਨੀਆਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जग दी फतेह, हर मैदान फतेह। फतेह टीवी 24 घंटे कुर्बानी। ना कर बंदया मेरी